हाँ जी, गुड इवनिंग जी। ਤੇ ਸਵਾਗਤ ਹੈ ਤੁਹਾਡਾ ਮਲੂਕਾ ਆਈਏਐਸ ਦੀਆਂ ਕਰੰਟ ਅਫੇਅਰਸ ਦੀਆਂ ਕਲਾਸਿਸ ਦੇ ਵਿੱਚ। ਤੇ ਅੱਜ ਸਾਡੀ ਇਹ ਸੀ ਕਰੰਟ ਅਫੇਅਰ ਦੀ ਸੀਰੀਜ਼ ਦੇ ਵਿੱਚ ਸਾਡਾ 15ਵਾਂ ਲੈਕਚਰ ਹੈ ਜੀ। ਤੇ ਜਿਹੜੇ ਜਿਹੜੇ ਬੱਚੇ ਲਾਈਵ ਦੇਖ ਰਹੇ ਆ ਉਹਨਾਂ ਨੂੰ ਇੱਕ ਵਾਰੀ ਰਿਕੁਐਸਟ ਹੈ ਕਿ ਦੱਸ ਦਿਓ ਤੁਹਾਨੂੰ ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ, ਇੱਕ ਵਾਰੀ ਮੈਸੇਜ ਕਰ ਦਿਓ। ਹਾਂਜੀ ਠੀਕ ਹੈ ਜੀ। ਤੇ ਆਪਾਂ ਆਪਣੀ ਕਲਾਸ ਸਟਾਰਟ ਕਰਦੇ ਹਾਂ ਜੀ। ਜਿਵੇਂ ਅੱਜ ਤੁਹਾਨੂੰ ਜੋ ਕਰੰਟ ਅਫੇਅਰਸ ਦੀ ਆਪਾਂ ਕਲਾਸਿਸ ਹੋਈਆਂ ਨੇ, ਜਿਵੇਂ ਅੱਜ 15ਵਾਂ ਲੈਕਚਰ ਹੈ, ਇਸ ਤੋਂ ਪਹਿਲਾਂ 14 ਕਲਾਸਿਸ ਹੋ ਚੁੱਕੀਆਂ ਨੇ। ਤੇ ਉਹਨਾਂ ਦੇ ਜੋ ਵੀ ਆਪਾਂ ਉਹਨਾਂ ਕਲਾਸਿਸ ਦੇ ਵਿੱਚ ਜੋ ਵੀ ਟੌਪਿਕਸ ਕਵਰ ਕੀਤੇ ਨੇ ਉਹਨਾਂ ਦੇ ਵਿੱਚੋਂ ਕੁਐਸਚਨਸ ਦੀ ਅੱਜ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਕੁਇਜ਼ ਪੋਸਟ ਕੀਤੀ ਸੀ ਤੁਹਾਡੇ ਲਈ। ਕਾਫੀ ਬੱਚਿਆਂ ਨੇ ਉਹਨਾਂ ਦੇ ਆਨਸਰ ਕੀਤੇ ਨੇ ਤੇ ਹੋਰਾਂ ਮਤਲਬ ਉਸ ਚੀਜ਼ ਨੂੰ ਤੁਸੀਂ ਅੱਗੇ ਵੀ ਸ਼ੇਅਰ ਕਰੋ ਨਾ, ਤਾਂ ਕਿ ਉਹ ਜੋ ਆਪਾਂ ਕੰਟੈਂਟ ਉੱਥੇ ਪ੍ਰੋਵਾਈਡ ਕਰ ਰਹੇ ਹਾਂ ਹੋਰ ਬੱਚਿਆਂ ਤੱਕ ਵੀ ਪਹੁੰਚ ਸਕੇ ਉਹ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਆਨਸਰਸ ਨੇ ਜਿਹੜੇ ਕੁਐਸਚਨ ਨੇ ਉਹ ਸੋਲਵ ਕਰਨ। ਤੇ ਤੁਹਾਡੇ ਲਈ ਵੀ ਕਹਿ ਲਓ ਵੀ ਕੰਪੀਟੀਸ਼ਨ ਦਾ ਤੁਹਾਨੂੰ ਪਤਾ ਲੱਗੇ ਵੀ ਕਿੱਥੇ ਕਿ ਅਸੀਂ ਸਟੈਂਡ ਕਰ ਰਹੇ ਹਾਂ, ਕਿਉਂਕਿ ਜਿੰਨੇ ਜ਼ਿਆਦਾ ਬੱਚੇ ਉਹਨਾਂ ਕੁਐਸਚਨਸ ਨੂੰ ਅਟੈਂਪਟ ਕਰਨਗੇ ਉਨਾ ਹੀ ਤੁਹਾਨੂੰ ਆਪਣੀ ਪਰਫਾਰਮੈਂਸ ਦਾ ਪਤਾ ਲੱਗੂ ਕਿ ਤੁਸੀਂ ਉਹਨਾਂ ਨੰਬਰ ਆਫ ਸਟੂਡੈਂਟਸ ਦੇ ਵਿੱਚੋਂ ਕਿੱਥੇ ਸਟੈਂਡ ਕਰ ਰਹੇ ਹੋ ਤੇ ਕਿੱਥੇ ਤੁਹਾਨੂੰ ਇੰਪਰੂਵਮੈਂਟ ਕਰਨ ਦੀ ਲੋੜ ਆ। ਉਹਨਾਂ ਬਾਰੇ ਵੀ ਆਪਾਂ ਥੋੜ੍ਹੀ ਜਿਹੀ ਅੱਜ ਡਿਸਕਸ ਕਰਾਂਗੇ ਜੋ ਕੁਐਸਚਨਸ ਉਹਦੇ 'ਚ ਸੀਗੇ, ਕਿਉਂਕਿ ਬਹੁਤ ਸਾਰੇ ਕੁਐਸਚਨ ਇੱਦਾਂ ਦੇ ਸੀ ਜਿਹੜੇ ਮੈਨੂੰ ਲੱਗ ਰਿਹਾ ਸੀ ਕਿ ਮੋਸਟ ਆਫ ਦਾ ਸਟੂਡੈਂਟਸ ਜਿਹੜੇ ਉਹਨਾਂ ਨੂੰ ਅਟੈਂਪਟ ਕਰਨਗੇ ਉਹ ਠੀਕ ਹੋਣੇ ਚਾਹੀਦੇ ਨੇ, ਕਿਉਂਕਿ ਆਪਾਂ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਕਵਰ ਕੀਤਾ ਸੀ ਤੇ ਈਜ਼ੀ ਡਾਇਰੈਕਟ ਕੁਐਸਚਨਸ ਪੁੱਛੇ ਗਏ ਸੀ। ਬਟ ਫਿਰ ਵੀ ਜੋ ਉਹਨਾਂ ਦਾ ਰਿਸਪੌਂਸ ਹੈ ਬੱਚਿਆਂ ਦਾ, ਮਤਲਬ ਕਿ ਜੇ ਆਪਾਂ ਤੁਹਾਡਾ ਦੇਖੀਏ ਵੀ ਰੇਟ ਆਫ ਕਰੈਕਸ਼ਨ ਆ ਨਾ, ਜਿਹੜਾ ਵੀ ਜਿਹੜੇ ਬੱਚਿਆਂ ਨੇ ਕਰੈਕਟ ਆਨਸਰ ਅਟੈਂਪਟ ਕੀਤੇ ਨੇ ਉਹਨਾਂ ਦਾ ਜਿਹੜਾ ਰੇਟ ਆ, ਉਹਨਾਂ ਦੀ ਜਿਹੜੀ ਪਰਸੈਂਟੇਜ ਆ 35 to 40% ਹੈ ਮੈਕਸਿਮਮ ਕੁਐਸਚਨਸ ਦੇ ਲਈ। ਤੇ ਸੋ ਉਹਨਾਂ ਬਾਰੇ ਵੀ ਆਪਾਂ ਥੋੜ੍ਹਾ ਜਿਹਾ ਡਿਸਕਸ ਕਰਾਂਗੇ, ਤਾਂ ਕਿ ਕੁਛ ਇੱਦਾਂ ਦੀਆਂ ਗਲਤੀਆਂ ਹੋ ਸਕਦੀਆਂ ਸ਼ਾਇਦ ਜਿਹੜੀਆਂ ਜਾਣੇ ਅਣਜਾਣੇ ਤੁਹਾਡੇ ਤੋਂ ਹੋ ਰਹੀਆਂ ਹੋਣ, ਹੈ ਨਾ, ਉਹਨਾਂ ਨੂੰ ਆਪਾਂ ਅੱਜ ਡਿਸਕਸ ਕਰਾਂਗੇ। ਤੇ ਉਸ ਤੋਂ ਪਹਿਲਾਂ ਹੁਣ ਕਾਫੀ ਬੱਚੇ ਚਲੋ ਲਾਈਵ ਹੈ ਤੇ ਆਪਾਂ ਆਪਣਾ ਜੋ ਲੈਕਚਰ ਆ ਉਹ ਸਟਾਰਟ ਕਰਦੇ ਹਾਂ। ਜੋ ਅੱਜ ਦਾ ਟੌਪਿਕ ਹੈ, ਫਿਰ ਪਿਛਲੇ 5-7 ਮਿੰਟ ਆਪਾਂ ਦੇਖਦੇ ਹਾਂ ਵੀ ਉਹ ਜੋ ਕੁਐਸਚਨ ਸੀਗੇ ਉਹਨਾਂ ਬਾਰੇ ਵੀ ਥੋੜ੍ਹਾ ਜਿਹਾ ਡਿਸਕਸ ਕਰਾਂਗੇ, ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਸਾਡਾ ਜੋ ਅੱਜ ਦਾ ਟੌਪਿਕ ਹੈ ਦੈਟ ਇਜ਼ ਸਾਕ ਕਰੰਸੀ ਸਵੈਪ ਐਗਰੀਮੈਂਟ, ਠੀਕ ਹੈ ਜੀ। ਇੰਪੋਰਟੈਂਟ ਟੌਪਿਕ ਆ ਤੇ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ। ਬਟ ਬਿਫੋਰ ਦੈਟ ਇਹਦੇ ਲਈ ਜੋ ਤੁਹਾਡੇ ਲਈ ਇਸ ਟੌਪਿਕ ਦੇ ਵਿੱਚੋਂ ਤੁਹਾਡੇ ਲਈ ਜੋ ਕੁਐਸਚਨ ਅੱਜ ਦਾ ਉਹ ਕੀ ਹੈ, consider the following statements about SAARC. First, it was established in 1985. Second, the secretariat of SAARC is in Dhaka, Bangladesh. ਤੇ ਤੁਸੀਂ ਦੱਸਣਾ ਕਿ ਦੋਨੋਂ ਠੀਕ ਨੇ ਜਾਂ ਦੋਨੋਂ ਗਲਤ ਨੇ ਜਾਂ ਦੋਨੋਂ ਚੋਂ ਇੱਕ ਠੀਕ ਹੈ ਇੱਕ ਗਲਤ ਹੈ। ਗੁੱਡ ਈਵਨਿੰਗ ਜੀ ਪ੍ਰਿਆ ਜੀ, ਗੁੱਡ ਈਵਨਿੰਗ। ਆਹ ਕੁਐਸਚਨ ਆ ਤੁਹਾਡੇ ਲਈ। ਸਾਰਕ ਮੁਦਰਾ ਸਵੈਪ ਸਮਝੌਤਾ ਜੋ ਰੀਸੈਂਟਲੀ ਇੰਡੀਆ ਨੇ ਮਾਲਦੀਵਸ ਦੇ ਨਾਲ ਸਾਈਨ ਕੀਤਾ ਆਰਬੀਆਈ ਨੇ, ਉਹਦੇ ਬਾਰੇ ਆਪਾਂ ਪੜਾਂਗੇ। ਬਟ ਉਸ ਤੋਂ ਪਹਿਲਾਂ ਜੋ ਸਾਰਕ ਦੇ ਰਿਲੇਟਡ ਕੁਐਸਚਨ ਹੈ ਤੁਹਾਡੇ ਲਈ ਉਹ ਹੈ ਕਿ ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਸਾਰਕ। ਇਟ ਵਾਜ਼ ਐਸਟੈਬਲਿਸ਼ਡ ਇਨ 1985, ਫਸਟ ਸਟੇਟਮੈਂਟ। ਸੈਕੰਡ ਸਟੇਟਮੈਂਟ, ਦ ਸੈਕਟਰੀਏਟ ਆਫ ਸਾਰਕ ਇਜ਼ ਇਨ ਢਾਕਾ, ਬੰਗਲਾਦੇਸ਼। ਤੁਸੀਂ ਦੱਸਣਾ ਕਿ ਦੋਨੋਂ ਸਟੇਟਮੈਂਟਸ ਠੀਕ ਨੇ ਜਾਂ ਦੋਨੋਂ ਚੋਂ ਇੱਕ ਠੀਕ ਹੈ ਜਾਂ ਇੱਕ ਗਲਤ ਹੈ, ਠੀਕ ਹੈ ਜੀ। ਇਹਦਾ ਆਨਸਰ ਕਰੋ, ਜਿਹੜੇ ਜਿਹੜੇ ਬੱਚੇ ਬੈਠੇ ਨੇ ਕਮੈਂਟ ਕਰੋ। ਤੇ ਹੁਣ ਆਪਾਂ ਆਪਣਾ ਨਿਊਜ਼ ਬਾਰੇ ਪੜ੍ਹ ਲੈਂਦੇ ਹਾਂ ਕੀ ਹੈ। ਜਿਵੇਂ ਤੁਹਾਨੂੰ ਦੱਸਿਆ ਕਿ ਰੀਸੈਂਟਲੀ ਰਿਜ਼ਰਵ ਬੈਂਕ ਆਫ ਇੰਡੀਆ ਹੈਜ਼ ਸਾਈਨਡ ਐਨ ਐਗਰੀਮੈਂਟ ਟੂ ਪ੍ਰੋਵਾਈਡ $200 ਮਿਲੀਅਨ ਕਰੰਸੀ ਸਵੈਪ ਫੈਸਿਲਿਟੀ ਟੂ ਮਾਲਦੀਵਸ, ਠੀਕ ਹੈ ਜੀ। ਕਿਹੜੀ ਕੰਟਰੀ ਨਾਲ ਕੀਤੀ ਹੈ? ਪਹਿਲੀ ਗੱਲ ਤਾਂ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਰੀਸੈਂਟਲੀ ਆਰਬੀਆਈ ਨੇ ਸਾਕ ਦਾ ਜੋ ਕਰੰਸੀ ਸਵੈਪ ਐਗਰੀਮੈਂਟ ਆ ਉਹਦੇ ਅੰਡਰ ਪ੍ਰੋਵੀਜ਼ਨ, ਉਸ ਫਰੇਮਵਰਕ ਦੇ ਅੰਡਰ ਕਿਸੇ ਕੰਟਰੀ ਦੇ ਨਾਲ $200 ਮਿਲੀਅਨ ਅਮਰੀਕਨ ਡਾਲਰ ਦਾ ਕਰੰਸੀ ਉਹਨਾਂ ਨੂੰ ਸਵੈਪ ਫੈਸਿਲਿਟੀ ਪ੍ਰੋਵਾਈਡ ਕਰਨ ਦੇ ਲਈ ਐਗਰੀਮੈਂਟ ਸਾਈਨ ਕੀਤਾ। ਕਿਹੜੀ ਕੰਟਰੀ ਨਾਲ ਕੀਤਾ ਜੀ? ਮਾਲਦੀਵਸ ਨਾਲ। ਤੁਹਾਨੂੰ ਪਤਾ ਮਾਲਦੀਵ ਇੱਕ ਆਈਲੈਂਡ ਨੇਸ਼ਨ ਆ। ਗੁੱਡ ਈਵਨਿੰਗ ਜੀ ਮਨਦੀਪ ਜੀ, ਕਿਰਨਦੀਪ ਜੀ, ਵੈਰੀ ਗੁੱਡ ਈਵਨਿੰਗ। ਤੇ ਇਸ ਤੋਂ ਪਹਿਲਾਂ ਮੈਂ ਗੱਲ ਕੀਤੀ ਸੀ ਜੋ ਕਰੰਟ ਅਫੇਅਰਸ ਦੇ ਕੁਐਸਚਨ ਤੁਹਾਡੇ ਲਈ ਟੈਲੀਗ੍ਰਾਮ ਚੈਨਲ ਤੇ ਪੋਸਟ ਕੀਤੇ ਸੀ, ਕਾਫੀ ਬੱਚਿਆਂ ਨੇ ਉਹਨਾਂ ਦਾ ਆਨਸਰ ਕੀਤਾ। ਤੇ ਬਟ ਉਮੀਦ ਕਰਦੇ ਹਾਂ ਵੀ ਉਸ ਤੋਂ ਜ਼ਿਆਦਾ ਨੂੰ ਅਟੈਂਪਟ ਕਰਨੇ ਚਾਹੀਦੇ ਨੇ, ਕਿਉਂਕਿ ਜਿਹੜੇ ਬੱਚੇ ਰੈਗੂਲਰਲੀ ਕਲਾਸਿਸ ਦੇਖ ਰਹੇ ਨੇ ਐਟਲੀਸਟ ਉਹ ਤਾਂ ਉਹਨਾਂ ਨੂੰ ਅਟੈਂਪਟ ਕਰਨ ਹੀ, ਹੈ ਨਾ।
ਸੋ ਜਿਨ੍ਹਾਂ ਨੇ ਨਹੀਂ ਕੀਤਾ ਤੁਸੀਂ ਹਲੇ ਜਾ ਕੇ ਕਰ ਸਕਦੇ ਹੋ ਆਨਸਰ। ਮਲੂਕਾ IAS, ਪੰਜਾਬ PCS ਜੋ ਸਾਡਾ ਟੈਲੀਗ੍ਰਾਮ ਪੇਜ ਹੈ, ਮਲੂਕਾ IAS ਪੰਜਾਬ PCS। ਇਹ ਪੰਜਾਬ PCS ਦੇ ਲਈ ਇੱਕ ਟੈਲੀਗ੍ਰਾਮ ਪੇਜ ਬਣਾਇਆ ਜਿਹਦੇ ਉੱਪਰ ਕਰੰਟ ਅਫੇਅਰਸ ਦੇ ਕੁਐਸਚਨ ਪਲੱਸ ਹੋਰ ਵੀ ਜੋ ਜਦੋਂ ਤੁਸੀਂ ਬੋਰਡ ਵੱਲ ਦੇਖਦੇ ਹੋ ਤਾਂ ਆਵਾਜ਼ ਮੈਂ ਇੱਕ ਮਿੰਟ ਕਰ ਲੈਂਦਾ ਜੀ ਮਾਈਕ ਠੀਕ। ਇੱਕ ਸੈਕਿੰਡ ਬਸ ਇੱਕ ਸੈਕਿੰਡ ਦਿਓ। ਹੈਲੋ, ਹੁਣ ਦੇਖੋ ਜੀ, ਹੁਣ ਠੀਕ ਹੈ, ਆਵਾਜ਼ ਠੀਕ ਆ ਰਹੀ ਹੈ ਜੀ? ਹੁਣ ਇੱਕ ਵਾਰ ਦੱਸ ਦਿਓ ਮੈਨੂੰ ਕਿ ਆਵਾਜ਼ ਠੀਕ ਆ ਰਹੀ ਹੈ। मैं थोड़ा इधरों वॉल्यूम इंक्रीज किया, सही आ रही है आवाज़ पैदा ना कुछ ठीक है? ओके जी, ओके ठीक है जी, ठीक है। नवजोत जी, किरणदीप जी, हाँ जी हाँ जी ठीक है जी। तो जिद्दां मैं तुहानूं दस्सिया कि टैलीग्राम चैनल ते अज भी तुहाडे लई करंट अफेयर्स दे विचों एक क्विज पोस्ट की गई सी। जिहड़े बच्चों ने वो अटैम्प्ट किया गुड, तो जिहड़ियां ने हले नहीं किया, बच्चे देख रहे हैं ऑनलाइन हुण है, जिन्हां ने वो क्वेश्चन बारे शायद नहीं पता हो कईयां नूं, उन्हां नूं मैं रिक्वेस्ट करदा कि तुसीं भी अटैम्प्ट कर लिओ, ठीक है जी। तो बाकी अगे भी उस चीज़ नूं शेयर करो सो दैट तुहानूं एक कंपीटीशन का लैवल पता लगे, ताकि तुहानूं पता लगे कि उस जिन्ने बच्चे उन्होंने अटैम्प्ट कर रहे हैं, जिन्ने नंबर ऑफ स्टूडेंट्स ज़्यादा अटैम्प्ट करने क्वेश्चन नूं, उन्ना ही तुसीं ज़्यादा वधिया तरीके नाल अपनी परफॉर्मेंस नूं रेट कर सकोगे, ठीक है जी। सो उस चीज़ नूं अगे भी शेयर करो। तो हुण जो क्वेश्चन आपां जो साडा टॉपिक चल रहा है, करंसी स्वैप एग्रीमेंट विद मालदीव्स, $200 मिलियन का करंसी स्वैप एग्रीमेंट है जी। करंसी स्वैप हुंदा की है? जे आपां गल करदे हां स्वैप, स्वैप का मतलब हुंदा एक्सचेंज, मतलब कि सानू पता, जिवें आपां एक्सचेंज रेट सिस्टम पढ़िया सी ना, थोड़ा IMF के अंडर एक्सचेंज रेट बारे गल कीती सी भी एक्सचेंज रेट वो रेट हुंदा जिस रेट के उपर दो कंट्रीज़ की करंसी नूं आपां एक्सचेंज कर सकते हैं। मतलब जे आपां मालदीव्स की गल करिए तो जो मालदीव्स की करंसी आ प्लस इंडिया की करंसी आ, उहनूं जिहड़े रेट के उपर आपां एक्सचेंज कर सकीए, मतलब कि मालदीव्स की करंसी दे नाल उहदी एक यूनिट के नाल आपां कितनियां यूनिट्स ऑफ इंडियन करंसी खरीद सकते हैं, दैट इज़ नोन एज एक्सचेंज रेट, ठीक है जी। तो जो करंसी स्वैप एग्रीमेंट होंदा, इहदे च ना आपां जो एक्सचेंज करनी होंदियां ने करंसीज, उन्हां दे लई आपां एक रेट फिक्स कर दिंदे आ। मतलब कि इन्हां ने कहता भी जो $200 मिलियन का इन्हां ने कीता, इहदे अंडर कहा भी जदों भी मालदीव्स की गवर्नमेंट नूं लोड़ आ, वो $200 मिलियन तक की जो अमाउंट आ वो गवर्नमेंट ऑफ इंडिया या RBI दे नाल एक्सचेंज कर सकणगे, अपनी मालदीवियन करंसी सानू दे के इंडियन रूपी साडे तो लै सकणगे। बाईलेटरल ट्रेड दे लई चाहीदा जां टूरिज्म परपज़ दे लई चाहीदा जां किसी भी चीज़ लई चाहीदा, उहदी लिमिट रखती $200 मिलियन। ये जो उन्होंने मतलब कि अज इन्होंने फिक्स करता भी असीं उस चीज़ नूं मालदीवियन करंसी प्लस इंडियन करंसी, जो इन्हां दोनों नूं आपां कह लो भी कुछ भी कह लो भी उन्हां दी एक यूनिट आ जां साडी एक यूनिट आ, उन्हां दे 10 मालदीव्स की करंसी दी 10 यूनिट्स ने, ये रेट फिक्स करता। ये रेट कुछ भी हो सकता, बट आप एज अ एग्जाम्पल एक्सपोज कर रहे हैं कि जो इन्होंने एग्रीमेंट साइन किया ना फॉर $200 मिलियन, वो इन्होंने रखता कि मालदीव्स की करंसी दी 10 यूनिट्स इंडियन रूपी ₹1 नूं खरीद सकणगियां, ठीक है जी। जिन्ना टाइम 200 मिलियन वाली अमाउंट पूरी नहीं होंदी, उन्ना टाइम एक्सचेंज रेट इन्ना ही रहूगा, 10 यूनिट्स ही रहणगियां, ठीक है। मतलब कि 10 यूनिट्स मालदीव्स इक्वल टू 1 इंडियन रूपी, ये आप सपोज कर रहे हैं। कुछ भी हो सकता है, आपको जरूरत नहीं है, साडे लिए रैलेवेंट नहीं है, तो समझाने के लिए मैं दस रहा। ये हो सकता इधर ज़्यादा हो इधर घट हो, ठीक है जी। मतलब कि इन्होंने रखता भी $200 मिलियन आ, जो $200 मिलियन तक जिन्ना टाइम मालदीव्स नूं चाहीदा, वो $200 मिलियन तक का जो अमाउंट आ इंडियन रूपी दे विच कह लो, या 200 मिलियन जो डॉलर है उन्होंने एक्सचेंज करने के लिए आही यूनिट रहू।
ਕਿਉਂਕਿ ਆਪਾਂ ਗੱਲ ਕੀਤੀ ਸੀ ਜੋ ਐਕਸਚੇਂਜ ਰੇਟ ਹੁੰਦੇ ਨੇ ਨਾ ਮਾਰਕੀਟ ਡਿਪੈਂਡੈਂਟ ਹੁੰਦੇ ਨੇ, ਜਿੰਨੀ ਜ਼ਿਆਦਾ ਡਿਮਾਂਡ ਸਪਲਾਈ ਹੁੰਦੀ ਆ ਉਹਦੇ ਅਕੋਰਡਿੰਗ ਫਲਕਚੁਏਟ ਕਰਦੇ ਰਹਿੰਦੇ ਨੇ। ਸੋ ਜਿਹਦੇ ਕਰਕੇ ਜੇ ਐਕਸਚੇਂਜ ਰੇਟ ਵੱਧ ਰਿਹਾ ਤਾਂ ਉਸ ਕੰਟਰੀ ਨੂੰ ਨੁਕਸਾਨ ਹੋਊ, ਜੇ ਘਟ ਰਿਹਾ ਉਹਨਾਂ ਨੂੰ ਫਾਇਦਾ ਹੋ ਜੂ, ਹੈ ਨਾ। ਸੋ ਮਤਲਬ ਕਿ ਉਹ ਫਲਕਚੁਏਸ਼ਨ ਨੂੰ ਆਪਾਂ ਰੋਕਣ ਦੇ ਲਈ, ਤਾਂ ਕਿ ਉਹਨਾਂ ਨੂੰ ਜ਼ਿਆਦਾ ਨੁਕਸਾਨ ਜਾਂ ਜ਼ਿਆਦਾ ਫਾਇਦਾ ਵੀ ਨਾ ਹੋਵੇ, ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਮੇਨਲੀ ਉਹਨਾਂ ਦੇ ਫਾਇਦੇ ਲਈ ਹੁੰਦਾ। ਜਿਹੜੀ ਕੰਟਰੀ ਨਾਲ ਆਪਾਂ ਸਵੈਪ ਐਗਰੀਮੈਂਟ ਕੀਤਾ ਇਹ ਮੇਨਲੀ ਉਹਨਾਂ ਨੂੰ ਬੈਨੀਫਿਟ ਪ੍ਰੋਵਾਈਡ ਕਰਨ ਦੇ ਲਈ ਹੀ ਹੁੰਦਾ, ਤਾਂ ਕਿ ਉਹਨਾਂ ਨੂੰ ਇੱਕ ਕਹਿ ਲਓ ਵੀ ਇੱਕ ਫਿਕਸਡ ਰੇਟ ਦੇ ਉੱਪਰ ਇੰਡੀਅਨ ਕਰੰਸੀ ਉਹਨਾਂ ਨੂੰ ਮਿਲ ਸਕੇ, ਠੀਕ ਹੈ ਜੀ। ਇਹ $200 ਮਿਲੀਅਨ ਤੱਕ ਰੱਖਿਆ, ਤੇ ਬਸ ਇਹਦਾ ਇਹ ਹੁੰਦਾ ਵੀ ਇੱਕ ਫਿਕਸਡ ਉਹਨਾਂ ਨੇ ਜੋ ਐਕਸਚੇਂਜ ਰੇਟ ਆ ਉਹਨੂੰ ਫਿਕਸ ਕਰਤਾ, ਡਿਸਾਈਡ ਕਰਤਾ ਵੀ ਇੰਨਾ ਹੀ ਰਹਿਣਾ ਇਹ, ਮਾਰਕੀਟ ਦੇ ਅਕੋਰਡਿੰਗ ਵਧੇ ਜਾਂ ਘਟੇ, ਬਟ ਜੋ ਦੋਨਾਂ ਗਵਰਨਮੈਂਟਸ ਦੇ ਵਿੱਚ ਐਕਸਚੇਂਜ ਹੋਣੀ ਆ ਉਹ ਉਸੇ ਰੇਟ ਤੇ ਹੋਊ, ਇੰਨੀ ਅਮਾਊਂਟ ਤੱਕ, $200 ਮਿਲੀਅਨ ਤੱਕ, ਠੀਕ ਹੈ ਜੀ। ਜੇ ਉਸ ਤੋਂ ਜ਼ਿਆਦਾ ਜਾਊ ਉਹ ਫਿਰ ਮਾਰਕੀਟ ਦੇ ਰੇਟ ਤੇ ਡਿਪੈਂਡੈਂਟ ਹੋ ਜੂ। ਇਹ ਹੁੰਦਾ ਕਰੰਸੀ ਸਵੈਪ। ਹਾਂਜੀ ਹਾਂਜੀ, ਸਵੈਪ ਮੀਨਸ ਐਕਸਚੇਂਜ and under currency swap two countries sign an agreement to exchange currencies under fixed terms, ठीक है जी। currency swap is a bank stop नहीं है, back एक तरह ना लाइन ऑफ फंडिंग आ, ठीक है जी। ਇਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਲਓ ਵੀ ਇਨਡਾਇਰੈਕਟਲੀ ਉਹਨਾਂ ਨੂੰ ਫੰਡ ਪ੍ਰੋਵਾਈਡ ਕਰ ਰਹੇ ਆ, ਆਪਾਂ ਉਹਨਾਂ ਨੂੰ ਮਾਲਦੀਵਜ਼ ਨੂੰ ਪੈਸਿਆਂ ਦੀ ਲੋੜ ਆ, ਇੰਡੀਅਨ ਗਵਰਨਮੈਂਟ ਜਾਂ ਆਰਬੀਆਈ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਲਾਈਨ ਆਫ ਕ੍ਰੈਡਿਟ ਕਹਿ ਲਓ ਜਾਂ ਲਾਈਨ ਆਫ ਫੰਡਿੰਗ ਪ੍ਰੋਵਾਈਡ ਕਰ ਰਹੀ ਆ ਫਿਕਸਡ ਰੇਟ ਦੇ ਉੱਪਰ, ਤਾਂ ਕਿ ਉਹਨਾਂ ਨੂੰ ਬੈਨੀਫਿਟ ਹੋ ਸਕੇ, ਠੀਕ ਹੈ ਜੀ। ਇਹ ਆਪਾਂ ਕਰਨਾ ਤਾਂ ਐਕਸਚੇਂਜ ਨਾਲ ਉਹਨਾਂ ਦੇ ਮਾਲਦੀਵੀਅਨ ਕਰੰਸੀ ਲੈ ਕੇ ਇੰਡੀਅਨ ਰੂਪੀ ਦੇਵਾਂਗੇ ਉਹਨਾਂ ਨੂੰ, ਬਟ ਕਿਉਂਕਿ ਇਹਦੇ ਉੱਪਰ ਆਪਾਂ ਜੋ ਐਕਸਚੇਂਜ ਰੇਟ ਉਹਨੂੰ ਫਿਕਸ ਕਰਤਾ, ਤਾਂ ਐਜ਼ ਨੂੰ ਆਪਾਂ ਫੰਡਸ ਆਪਾਂ ਕੰਸੀਡਰ ਕਰ ਲੈਂਦੇ ਹਾਂ ਵੀ ਲਾਈਨ ਆਫ ਫੰਡਿੰਗ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ, ਜੋ ਲਾਈਨ ਆਫ ਕ੍ਰੈਡਿਟ ਕਹਿ ਸਕਦੇ ਹਾਂ ਵੀ ਇੱਕ ਤਰ੍ਹਾਂ ਉਹਨਾਂ ਨੂੰ ਪੈਸਾ ਆਪਾਂ ਦੇ ਰਹੇ ਹਾਂ ਇਨ ਦਾ ਫਾਰਮ ਆਫ ਕ੍ਰੈਡਿਟ, ਕਿਉਂਕਿ ਉਹਨਾਂ ਦੀ ਆਪਾਂ ਜੋ ਐਕਸਚੇਂਜ ਰੇਟ ਉਹਨੂੰ ਫਿਕਸ ਕਰਤਾ, ਜਿਹਦੇ ਨਾਲ ਉਹਨਾਂ ਨੂੰ ਬੈਨੀਫਿਟ ਹੋਊਗਾ ਮਾਲਦੀਵਸ ਨੂੰ, ਠੀਕ ਹੈ ਜੀ। ਸ਼ਾਰਟ ਟਰਮ ਫੋਰਨ ਐਕਸਚੇਂਜ ਲਿਕੁਇਡਿਟੀ ਰਿਕੁਆਇਰਮੈਂਟਸ ਵਾਸਤੇ ਹੁੰਦਾ, ਔਰ ਸ਼ਾਰਟ ਟਰਮ ਬੈਲੈਂਸ ਆਫ ਪੇਮੈਂਟਸ ਵਾਸਤੇ, ਕਿਉਂਕਿ ਬਾਈਲੇਟਰਲ ਸਾਡੀ ਜਦੋਂ ਟ੍ਰੇਡ ਹੁੰਦੀ ਆ, ਜੇ ਆਪਾਂ ਕਹਿ ਲਓ ਵੀ ਮਾਲਦੀਵਸ ਸਾਡੇ ਤੋਂ ਜ਼ਿਆਦਾ ਇੰਡੀਆ ਤੋਂ ਇੰਪੋਰਟ ਕਰ ਰਿਹਾ ਐਜ਼ ਕੰਪੇਅਰ ਟੂ ਜੋ ਅਸੀਂ ਇੰਪੋਰਟ ਕਰ ਰਹੇ ਹਾਂ ਮਾਲਦੀਵਸ ਤੋਂ, ਸੋ ਉਹਨਾਂ ਦਾ ਜਿਹੜਾ ਬੈਲੈਂਸ ਆਫ ਪੇਮੈਂਟ ਆ ਮਾਲਦੀਵਸ ਦਾ ਵਿਦ ਰਿਸਪੈਕਟ ਟੂ ਇੰਡੀਆ, ਉਹ ਕਹਿ ਲਓ ਵੀ ਇੰਬੈਲੈਂਸਡ ਹੋ ਜਾਊਗਾ ਜਾਂ ਡੈਫਿਸਿਟ ਵਾਲੇ ਪਾਸੇ ਨੂੰ ਚਲੇ ਜਾਊ, ਕਿਉਂਕਿ ਉਹਨਾਂ ਨੂੰ ਜ਼ਿਆਦਾ ਇੰਪੋਰਟ ਜ਼ਿਆਦਾ ਇੰਡੀਆ ਤੋਂ ਚੀਜ਼ਾਂ ਮੰਗਵਾ ਰਹੇ ਨੇ ਐਜ਼ ਕੰਪੇਅਰ ਟੂ ਜਿੰਨੀਆਂ ਉਹ ਸਾਨੂੰ ਭੇਜ ਰਹੇ ਨੇ, ਤਾਂ ਉਹਨਾਂ ਨੂੰ ਇੰਡੀਅਨ ਰੂਪੀ ਇੰਡੀਅਨ ਕਰੰਸੀ ਜ਼ਿਆਦਾ ਚਾਹੀਦਾ ਹੋਊ ਆਪਣੇ ਬਿਲਸ ਪੇ ਕਰਨ ਦੇ ਲਈ। ਸੋ ਆਪਾਂ ਉਸ ਚੀਜ਼ ਦੇ ਲਈ ਐਕਸਚੇਂਜ ਰੇਟ ਫਿਕਸ ਕਰਤਾ ਵੀ ਇਸ ਐਕਸਚੇਂਜ ਰੇਟ ਤੇ ਤੁਸੀਂ ਸਾਡੇ ਨਾਲ ਜਦੋਂ ਮਰਜ਼ੀ $200 ਮਿਲੀਅਨ ਤੱਕ ਆਪਣੀ ਕਰੰਸੀ ਐਕਸਚੇਂਜ ਕਰ ਸਕਦੇ ਹੋ, ਤੇ ਸਾਡੇ ਜੋ ਬੈਲੈਂਸ ਆਫ ਪੇਮੈਂਟ ਨੇ ਆਪਣੀਆਂ ਬਾਈਲੇਟਰ ਉਹਨਾਂ ਨੂੰ ਸੋਲਵ ਕਰਨ ਦੇ ਲਈ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਉਹ ਹੁੰਦਾ ਬੈਲੈਂਸ ਆਫ ਪੇਮੈਂਟ, ਤੇ ਸ਼ਾਰਟ ਟਰਮ ਮੈਜ਼ਰ ਹੁੰਦਾ ਇਹ, ਤੇ ਉਹਦੇ ਲਈ ਆਪਾਂ ਇਹਨੂੰ ਯੂਜ਼ ਕੀਤਾ ਜਾਂਦਾ, ਠੀਕ ਹੈ। ਤੇ ਫਿਰ ਆਪਾਂ ਗੱਲ ਕਰ ਲਈਏ ਸਾਰਕ ਦਾ, ਜੋ ਇਹਦਾ ਆਪਾਂ ਇੰਡੀਆ ਮਾਲਦੀਵਸ ਦੇ ਇਹ ਆਪਾਂ ਕੀਤਾ ਸਾਰਕ ਦੇ ਅੰਡਰ, ਬਟ ਇੰਡੀਆ ਜੋ ਅਬਾਊਟ ਸਾਰਕ ਕਰੰਸੀ ਸਵੈਪ ਫਰੇਮਵਰਕ ਹੈ ਇਹਦੇ ਬਾਰੇ ਕਰ ਲਈਏ, ਕਦੋਂ ਆਇਆ ਸੀ ਇਹ। ਦ ਫਰੇਮਵਰਕ ਕੇਮ ਇਨਟੂ ਆਪਰੇਸ਼ਨ 15 ਨਵੰਬਰ 2012 ਤੋਂ ਇਹ ਸਵੈਪ ਐਗਰੀਮੈਂਟ ਚੱਲ ਰਿਹਾ, ਜਿਹਦੇ ਅੰਡਰ ਜੋ ਸਾਰਕ ਦੇ ਮੈਂਬਰ ਨੇਸ਼ਨਸ ਨੇ ਉਹ ਇੱਕ ਦੂਜੇ ਦੇ ਨਾਲ ਸਵੈਪ ਐਗਰੀਮੈਂਟ ਕਰਕੇ ਇੱਕ ਦੂਸਰੇ ਨੂੰ ਜੋ ਕਰੰਸੀ ਐਕਸਚੇਂਜ ਕਰਨ ਦੇ ਲਈ ਆਪਣਾ ਜੋ ਐਕਸਚੇਂਜ ਰੇਟ ਆ ਉਹਨੂੰ ਇੱਕ ਫਿਕਸ ਕਰ ਸਕਦੇ ਨੇ, ਠੀਕ ਹੈ ਜੀ। ਕੋਈ ਵੀ ਕੰਟਰੀ ਕਰ ਸਕਦੀ ਹੈ ਇੱਕ ਦੂਸਰੇ ਨਾਲ ਬਾਈਲੇਟਰਲ ਐਗਰੀਮੈਂਟ ਸਾਈਨ ਕਰਕੇ, ਜਿਵੇਂ ਇੰਡੀਆ ਨੇ ਹੁਣ ਮਾਲਦੀਵਸ ਨਾਲ ਕੀਤਾ, ਇਸ ਤੋਂ ਪਹਿਲਾਂ ਸ਼੍ਰੀਲੰਕਾ ਨਾਲ ਕੀਤਾ ਸੀ, ਇਹ ਕਰਦੇ ਹੀ ਰਹਿੰਦੇ ਨੇ। ਫਿਰ ਆਪਾਂ ਗੱਲ ਕਰੀਏ ਜੋ ਇੰਡੀਆ ਐਗਰੀਮੈਂਟ ਸਾਈਨ ਕਰਦਾ ਉਹਦੇ ਲਈ ਵੀ ਇਹਨਾਂ ਨੇ ਕੁਝ ਰੂਲਸ ਸਪੈਸੀਫਾਈ ਕੀਤੇ ਨੇ, ਉਹਦੇ ਲਈ ਇੱਕ ਫਰੇਮਵਰਕ ਹੈ, ਠੀਕ ਹੈ ਜੀ। ਇੱਕ ਫਰੇਮਵਰਕ ਆ, ਕੀ ਆ ਉਹ, ਅੰਡਰ ਆਰਬੀਆਈਜ਼ ਰਿਵਾਈਜ਼ਡ ਫਰੇਮਵਰਕ, ਇਹ 2019 ਚ ਆਰਬੀਆਈ ਨੇ ਸਵੈਪ ਐਗਰੀਮੈਂਟਸ ਦੇ ਲਈ ਇੱਕ ਫਰੇਮਵਰਕ ਪਹਿਲਾਂ ਤਾਂ ਬਣਾਇਆ ਹੋਇਆ ਸੀ, ਉਹਨੂੰ 2019 ਚ ਰਿਵਾਈਜ਼ ਕੀਤਾ, ਠੀਕ ਹੈ ਜੀ। ਮਤਲਬ ਉਹਦੀਆਂ ਜੋ ਕੰਡੀਸ਼ਨਸ ਨੇ ਉਹਨਾਂ ਨੂੰ ਕੁਝ ਅਪਡੇਟ ਕੀਤਾ। ਫਰੇਮਵਰਕ ਔਨ ਸਵੈਪ ਐਗਰੀਮੈਂਟਸ ਫॉर ਸਾਰਕ ਕੰਟਰੀਜ਼, ਇਹਨਾਂ ਦੇ ਲਈ ਜਿਹੜਾ ਫਰੇਮਵਰਕ ਆ ਉਹਨੂੰ 2019 ਚ ਰਿਵਾਈਜ਼ ਕੀਤਾ। ਇਹਦੇ ਅੰਡਰ ਕੀ ਕਹਿੰਦੇ ਨੇ, ਇਹਦੇ ਅੰਡਰ ਕਹਿੰਦੇ ਆ ਕੰਟਰੀ ਕੈਨ ਮੇਕ ਡਰਾਲਸ, ਜੋ ਉਹਨਾਂ ਨੇ ਆਪਾਂ ਇਧਰੋਂ ਐਕਸਚੇਂਜ ਕਰਨੇ ਨੇ ਇਧਰ ਇਨ ਅਮਰੀਕਨ, ਇੱਥੇ ਯੈਨ ਨਹੀਂ ਹੈ ਜੀ, ਇਹ ਗਲਤ ਹੈ, ਇਹ ਟਾਈਪਿੰਗ ਮਿਸਟੇਕ ਹੈ। 3 ਕਰੰਸੀਜ਼ ਨੇ, ਜੇ ਆਪਾਂ ਸਾਰਕ ਦੇ ਜੋ ਮੈਂਬਰ ਨੇਸ਼ਨਸ ਨੇ ਉਹਨਾਂ ਦੇ ਨਾਲ ਸਵੈਪ ਐਗਰੀਮੈਂਟ ਕਰਦੇ ਆ ਤਾਂ ਉਹਨਾਂ ਨੂੰ ਆਪਸ਼ਨ ਦਿੱਤੀ ਜਾਂਦੀ ਹੈ ਵੀ ਜਿਹੜਾ ਉਹਨਾਂ ਨੇ ਇੰਡੀਅਨ ਗਵਰਨਮੈਂਟ ਜਾਂ ਇੰਡੀਅਨ ਬੈਂਕ ਤੋਂ ਕ੍ਰੈਡਿਟ ਲੈਣਾ ਜਾਂ ਪੈਸਾ ਲੈਣਾ, ਉਹ ਜਾਂ ਤਾਂ ਉਹ US ਡਾਲਰ 'ਚ ਲੈ ਸਕਦੇ ਨੇ, ਜਾਂ ਫਿਰ ਉਹ ਯੂਰੋ 'ਚ ਲੈ ਸਕਦੇ ਨੇ, ਜਾਂ ਫਿਰ ਇੰਡੀਅਨ ਰੂਪੀ 'ਚ ਲੈ ਸਕਦੇ ਨੇ, ਠੀਕ ਹੈ ਜੀ। ਧਿਆਨ ਰੱਖਿਓ, ਵੈਰੀ ਇੰਪੋਰਟੈਂਟ, ਇਹ ਪੁੱਛਿਆ ਜਾ ਸਕਦਾ ਤੁਹਾਨੂੰ ਕਿ ਜੋ ਸਾਡਾ ਸਵੈਪ ਐਗਰੀਮੈਂਟ ਆ ਉਹਦੇ ਅੰਡਰ ਕਿਹੜੀਆਂ ਕਰੰਸੀਜ਼ ਦੇ ਵਿੱਚ ਆਪਾਂ ਦੂਸਰੇ ਮੈਂਬਰ ਜੋ ਸਾਡੇ ਮੈਂਬਰ ਕੰਟਰੀਜ਼ ਨੇ ਉਹਨਾਂ ਨੂੰ ਕਿਹੜੀਆਂ ਕਰੰਸੀਜ਼ ਦੇ ਵਿੱਚ
ਕ੍ਰੈਡਿਟ ਪ੍ਰੋਵਾਈਡ ਕਰਦੇ ਆ। 3 ਕਰੰਸੀਜ਼ ਨੇ, US ਡਾਲਰ, ਯੂਰੋ ਐਂਡ ਇੰਡੀਅਨ ਰੂਪੀ। ਤੇ ਜੇ ਉਹ ਇੰਡੀਅਨ ਰੂਪੀ ਚ ਕਰਨਗੇ ਤਾਂ ਉਹਨਾਂ ਨੂੰ ਕੁਛ ਨਾ ਕੁਛ ਹੋਰ ਐਡਿਡ ਬੈਨੀਫਿਟਸ ਵੀ ਦਿੱਤੇ ਜਾਂਦੇ ਨੇ, ਠੀਕ ਹੈ ਜੀ। ਤੇ ਇਹਦੇ ਅੰਡਰ ਜੋ ਇਹਨਾਂ ਨੇ ਲਿਮਿਟ ਰੱਖੀ ਆ ਮੈਕਸਿਮਮ, ਉਹ ਹੈਗੀ ਆ $2 ਬਿਲੀਅਨ ਦੀ, ਵੀ ਮੈਕਸਿਮਮ ਆਪਾਂ ਜੋ ਸਵੈਪ ਕਰਨਾ ਕਿਸੇ ਕੰਟਰੀ ਦੇ ਨਾਲ ਉਹ $2 ਬਿਲੀਅਨ ਤੱਕ ਕਰ ਸਕਦੇ ਆ। The framework also provides certain concessions for swap draws in Indian rupee, ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ। ਦੈਨ ਆਪਾਂ ਗੱਲ ਕਰੀਏ ਸਾਗ ਦੀ। South Asian Association for Regional Cooperation, it was established under SAARC Charter, ਜਿਹੜਾ ਜਦੋਂ ਇਹ ਬੋਡੀ ਬਣੀ ਆ ਢਾਕਾ ਦੇ ਵਿੱਚ ਇਹਨਾਂ ਦਾ ਜਦੋਂ ਚਾਰਟਰ ਉਹਨੂੰ ਅਡਾਪਟ ਕੀਤਾ ਗਿਆ ਸੀ ਬੰਗਲਾਦੇਸ਼ ਦੇ ਵਿੱਚ, ਤੇ 1985 'ਚ ਬੋਡੀ ਬਣਾਈ ਗਈ ਸੀ, ਠੀਕ ਹੈ ਜੀ। ਢਾਕਾ ਬੰਗਲਾਦੇਸ਼ ਦੇ ਵਿੱਚ ਇਹਨਾਂ ਦਾ ਜਿਹੜਾ ਚਾਰਟਰ ਆ ਉਹ ਅਡਾਪਟ ਕੀਤਾ ਗਿਆ ਸੀ, ਮਤਲਬ ਉੱਥੇ ਮੀਟਿੰਗ ਹੋਈ, ਜਿਸ ਮੀਟਿੰਗ ਦੇ ਦੌਰਾਨ ਸਾਗ ਦਾ ਚਾਰਟਰ ਅਡਾਪਟ ਕੀਤਾ ਗਿਆ ਤੇ ਜੋ ਆਪਣੀ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ ਬੋਡੀ ਆ ਇਹਨੂੰ ਬਣਾਇਆ ਗਿਆ 1985 ਦੇ ਵਿੱਚ। ਤੇ ਇਹਦਾ ਸੈਕਟਰੀਏਟ ਕਿੱਥੇ ਹੈ ਜੀ? ਸੈਕਟਰੀਏਟ ਇਜ਼ ਲੋਕੇਟਡ ਇਨ ਕਾਠਮੰਡੂ, ਨੇਪਾਲ, ਵੈਰੀ ਇੰਪੋਰਟੈਂਟ, ਠੀਕ ਹੈ। ਦ ਮੈਂਬਰ ਨੇਸ਼ਨਸ ਆਫ ਸਾਗ, ਕਿਹੜੇ ਮੈਂਬਰ ਨੇਸ਼ਨਸ ਨੇ ਆ ਤੁਹਾਡੇ ਕੋਲ ਇੱਥੇ ਇਹਨਾਂ ਦੀਆਂ, ਜਿਵੇਂ ਫਸਟ ਅਫਗਾਨਿਸਤਾਨ ਹੋ ਗਿਆ, ਦੈਨ ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵਸ, ਨੇਪਾਲ, ਪਾਕਿਸਤਾਨ ਐਂਡ ਸ਼੍ਰੀਲੰਕਾ। ਇਹ 8 ਨੇਸ਼ਨਸ ਨੇ। ਸਾਗ ਹੁਣ ਸਿੰਸ 2016 ਕਹਿ ਲਓ ਵੀ ਡੋਰਮੈਂਟ ਆ, ਇਹਦੀ ਕੋਈ ਮੀਟਿੰਗ, ਇਹਦੀਆਂ ਐਨੂਅਲ ਮੀਟਿੰਗਸ ਨਹੀਂ ਹੋ ਰਹੀਆਂ, ਬਿਕੋਜ਼ ਉਦੋਂ ਪਾਕਿਸਤਾਨ ਨੇ ਉਰੀ ਅਟੈਕ ਕੀਤਾ ਸੀ ਸਾਡੇ ਆਰਮੀ ਦੇ ਬੇਸ ਦੇ ਉੱਪਰ ਅਟੈਕ ਕੀਤਾ, ਜਿਹਦੇ ਬਾਅਦ ਇੰਡੀਅਨ ਗਵਰਨਮੈਂਟ ਨੇ ਸਾਗ ਦੀਆਂ ਮੀਟਿੰਗਸ ਨੂੰ ਬਾਈਕਾਟ ਕੀਤਾ ਸੀ। ਉਹਦੇ ਨਾਲ ਹੋਰ ਵੀ ਕਈ ਨੇਸ਼ਨਸ ਨੇ ਜੋ ਮੈਂਬਰ ਨੇ ਇਹਨਾਂ ਦੇ, ਉਹਨਾਂ ਨੇ ਵੀ ਬਾਈਕਾਟ ਕਰਤਾ ਸੀ। ਤੇ ਸਿੰਸ 2016 ਕੋਈ ਇਹਨਾਂ ਦੀ ਆਪਣੀ ਐਨੂਅਲ ਮੀਟਿੰਗ ਸਾਗ ਦੀ ਨਹੀਂ ਹੋਈ, ਠੀਕ ਹੈ ਜੀ। ਇੰਪੋਰਟੈਂਟ ਸਾਡੇ ਲਈ ਤਾਂ ਹੈ ਕਿਉਂਕਿ ਇਹਦੇ ਅੰਡਰ ਆਪਾਂ ਰੀਸੈਂਟਲੀ ਮਾਲਦੀਵਸ ਦੇ ਨਾਲ ਸਵੈਪ ਐਗਰੀਮੈਂਟ ਕੀਤਾ। ਹੁਣ ਆਪਾਂ ਕੁਐਸਚਨ ਦੀ ਗੱਲ ਕਰਦੇ ਹਾਂ। ਕਈ ਬੱਚਿਆਂ ਨੇ ਉਹਦਾ ਆਨਸਰ ਕੀਤਾ, ਕਈਆਂ ਨੇ ਤਾਂ ਨਹੀਂ, ਇੱਕੋ ਨੇ ਕੀਤਾ, ਚਲੋ ਕੋਈ ਨਹੀਂ। ਇਟ ਵਾਜ਼ ਐਸਟੈਬਲਿਸ਼ਡ 1985, ਠੀਕ ਹੈ ਜੀ, ਤੁਹਾਨੂੰ ਪਤਾ ਲੱਗ ਗਿਆ 1985 'ਚ ਆਪਾਂ ਇਹਨੂੰ ਐਸਟੈਬਲਿਸ਼ ਕੀਤਾ। ਤੇ ਸੈਕਟਰੀਏਟ ਇਜ਼ ਇਨ ਨੇਪਾਲ, ਕਾਠਮੰਡੂ, ਠੀਕ ਹੈ ਜੀ। ਬੰਗਲਾਦੇਸ਼ ਢਾਕਾ 'ਚ ਨਹੀਂ ਹੈ, ਇਹ ਕਾਠਮੰਡੂ ਦੇ ਵਿੱਚ ਹੈ। ਸੋ ਸੈਕੰਡ ਸਟੇਟਮੈਂਟ ਗਲਤ ਹੋ ਜਾਂਦੀ ਹੈ। ਇਟ ਇਜ਼ ਕਾਠਮੰਡੂ, ਕਾਠਮੰਡੂ ਨੇਪਾਲ, ਠੀਕ ਹੈ ਜੀ। ਤਾਂ ਇਹਦਾ ਆਨਸਰ ਆ ਗਿਆ 1 ਓਨਲੀ। ਤੇ ਹੁਣ ਆਪਾਂ ਗੱਲ, ਸਾਡਾ ਜੋ ਸੈਕੰਡ ਟੌਪਿਕ ਹੈ ਦੈਟ ਇਜ਼ ਨੈਸ਼ਨਲ ਪਾਰਟੀ ਸਟੇਟਸ। ਵੈਰੀ ਇੰਪੋਰਟੈਂਟ, ਵੈਰੀ ਇੰਪੋਰਟੈਂਟ। ਇਹ ਸਾਡੇ ਲਈ ਬਹੁਤ ਰੈਲੇਵੈਂਟ ਆ, ਬਹੁਤ ਇੰਪੋਰਟੈਂਟ ਆ। ਰੀਸੈਂਟਲੀ ਨਿਊਜ਼ ਦੇ ਵਿੱਚ ਸੀ ਤੇ ਪੇਪਰ ਦੇ ਵਿੱਚ ਪੁੱਛਿਆ ਵੀ ਜਾ ਸਕਦਾ ਹੈ, ਸੋ ਧਿਆਨ ਨਾਲ ਇਹਨੂੰ ਦੇਖਿਓ। ਤੁਹਾਡੇ ਲਈ ਕੁਐਸਚਨ ਹੈ, which of the following are recognized national political parties in India? ਇਹਨਾਂ ਸਾਰੀਆਂ ਦੇ ਵਿੱਚੋਂ ਕਿਹੜੀਆਂ ਪੋਲੀਟੀਕਲ ਪਾਰਟੀਜ਼ ਨੈਸ਼ਨਲ ਪਾਰਟੀਜ਼ ਨੇ ਇੰਡੀਆ ਦੀਆਂ? ਇਹ ਟੌਪਿਕ ਪੋਲਿਟੀ ਦਾ ਗਾ, ਬਟ ਕਰੰਟਲੀ ਨਿਊਜ਼ ਦੇ ਵਿੱਚ ਆ, ਤਾਂ ਸਾਡੇ ਲਈ ਬਹੁਤ ਰੈਲੇਵੈਂਟ ਹੋ ਜਾਂਦਾ ਹੈ। ਫਸਟ ਆਪਸ਼ਨ ਇਜ਼ BJP, ਦੈਨ ਤ੍ਰਿਣਮੂਲ ਕਾਂਗਰਸ, ਦੈਨ ਬਹੁਜਨ ਸਮਾਜ ਪਾਰਟੀ, ਦੈਨ ਨੈਸ਼ਨਲ ਪੀਪਲਜ਼ ਪਾਰਟੀ, ਦੈਨ CPI, ਕਮਿਊਨਿਸਟ ਪਾਰਟੀ ਆਫ ਇੰਡੀਆ। ਤੁਸੀਂ ਦੱਸਣਾ ਇਹਨਾਂ ਚੋਂ ਕਿਹੜੀਆਂ ਕਰੰਟਲੀ ਰੈਕੋਗਨਾਈਜ਼ਡ ਨੇ ਐਜ਼ ਨੈਸ਼ਨਲ ਪੋਲੀਟੀਕਲ ਪਾਰਟੀਜ਼, ਕਿਉਂਕਿ ਸਾਨੂੰ ਪਤਾ ਕੁਝ ਪਾਰਟੀਆਂ ਸਾਡੀਆਂ ਸਟੇਟ ਲੈਵਲ ਹੁੰਦੀਆਂ ਨੇ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਜਿੱਦਾਂ ਸ਼੍ਰੋਮਣੀ ਅਕਾਲੀ ਦਲ ਆ, ਉਹ ਨੈਸ਼ਨਲ ਪਾਰਟੀ ਨਹੀਂ ਹੈ, ਠੀਕ ਹੈ ਜੀ। ਤੇ ਬਾਕੀ ਜਿਵੇਂ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਜਾਂ ਹੋਰ ਬਹੁਤ ਛੋਟੀਆਂ ਕਈ ਸਟੇਟਸ ਦੇ ਵਿੱਚ ਪੋਲੀਟੀਕਲ ਪਾਰਟੀਜ਼ ਹੁੰਦੀਆਂ ਨੇ, ਉਹ ਇੱਕ ਸਟੇਟ ਤੱਕ ਸੀਮਤ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਸਟੇਟ ਪਾਰਟੀਜ਼ ਕਹਿ ਦਿੰਦੇ ਆ। ਬਟ ਕੁਝ ਪਾਰਟੀਜ਼ ਨੇ ਜਿਹੜੀਆਂ ਨੈਸ਼ਨਲ ਲੈਵਲ ਤੇ ਰੈਕੋਗਨਾਈਜ਼ਡ ਨੇ ਤੇ ਜਿਨ੍ਹਾਂ ਦੀ ਪ੍ਰੈਜ਼ੈਂਸ ਵੀ ਨੈਸ਼ਨਲ ਲੈਵਲ ਦੀ ਆ, ਉਹਨਾਂ ਨੂੰ ਆਪਾਂ ਕਹਿੰਦੇ ਨੈਸ਼ਨਲ ਪਾਰਟੀਜ਼। ਤੁਸੀਂ ਦੱਸਣਾ ਇਹਨਾਂ ਚੋਂ ਕਿਹੜੀਆਂ ਨੇ, ਤੇ ਇਸ ਤੋਂ ਬਾਅਦ ਆਪਾਂ ਇਹਨਾਂ ਬਾਰੇ ਡਿਸਕਸ ਕਰਾਂਗੇ ਕਿਹੜੀਆਂ ਹੈ, ਉਹਨਾਂ ਲਈ ਕੀ ਕ੍ਰਾਈਟੇਰੀਆ, ਕੋਈ ਸਪੈਸੀਫਿਕ ਕ੍ਰਾਈਟੇਰੀਆ ਪ੍ਰੋਵਾਈਡ ਕੀਤਾ ਗਿਆ, ਕਨਸਟੀਟਿਊਸ਼ਨ ਨੇ ਪ੍ਰੋਵਾਈਡ ਕੀਤਾ ਜਾਂ ਸਾਡੇ ਪਾਰਲੀਮੈਂਟ ਨੇ ਪ੍ਰੋਵਾਈਡ ਕੀਤਾ, ਉਹਨਾਂ ਦੇ ਕੀ ਬੈਨੀਫਿਟਸ ਨੇ, ਠੀਕ ਹੈ ਜੀ। ਉਹ ਸਭ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਹੁਣ। ਵਾਈ ਇਨ ਨਿਊਜ਼, ਤੇ ਜਦੋਂ ਆਨਸਰ ਕਰਦੇ ਹੋ ਨਾ ਜੀ ਕੁਐਸਚਨ ਦਾ ਨੰਬਰ ਵੀ ਮੈਂਸ਼ਨ ਕਰ ਦਿਓ ਨਾਲ। ਜਿਵੇਂ ਹੁਣ ਇਹ ਤੁਹਾਡੇ ਲਈ ਸੈਕਿੰਡ ਕੁਐਸਚਨ ਹੈ ਪੋਲੀਟੀਕਲ ਪਾਰਟੀਜ਼ ਵਾਲਾ। ਤੇ ਵਾਈ ਇਨ ਨਿਊਜ਼, after the recent Gujarat elections, Aam Aadmi Party has got the required numbers to be recognized as national party. ਮਤਲਬ ਨੈਸ਼ਨਲ ਪਾਰਟੀ ਬਣਨ ਦੇ ਲਈ ਜਿਹੜਾ ਕ੍ਰਾਈਟੇਰੀਆ ਚਾਹੀਦਾ, ਉਸ ਕ੍ਰਾਈਟੇਰੀਆ ਨੂੰ ਆਮ ਆਦਮੀ ਪਾਰਟੀ ਨੇ ਫੁੱਲਫਿਲ ਕਰਤਾ ਆਫਟਰ ਗੁਜਰਾਤ ਅਸੈਂਬਲੀ ਇਲੈਕਸ਼ਨਸ, ਜਿਹਦੇ ਕਰਕੇ ਹੁਣ ਅਸੀਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਇਜ਼ ਗੋਇੰਗ ਟੂ ਬੀ ਦ ਨੈਕਸਟ ਨੈਸ਼ਨਲੀ ਰੈਕੋਗਨਾਈਜ਼ਡ ਪੋਲੀਟੀਕਲ ਪਾਰਟੀ ਆਫ ਇੰਡੀਆ, ਠੀਕ ਹੈ ਜੀ। ਤੇ ਸੋ ਸਾਡੇ ਲਈ ਇਹ ਲਿਸਟ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਹੁਣ, ਕਿਉਂਕਿ ਉਹਦੇ 'ਚ ਨਵੀਂ ਇੱਕ ਪਾਰਟੀ ਐਡ ਹੋਣ ਜਾ ਰਹੀ ਆ।
ਤੇ ਸਾਡੇ ਲਈ ਉਹ ਕ੍ਰਾਈਟੇਰੀਆਜ਼ ਵੀ ਇੰਪੋਰਟੈਂਟ ਨੇ ਜਿਨ੍ਹਾਂ ਦੇ ਬੇਸਿਸ ਤੇ ਇੱਕ ਪਾਰਟੀ ਨੂੰ ਨੈਸ਼ਨਲ ਲੈਵਲ ਦੀ ਪਾਰਟੀ ਐਲਾਨਿਆ ਜਾਂਦਾ। ਪਲੱਸ ਇਹਨਾਂ ਨੂੰ ਕੀ ਉਹਦੇ ਨਾਲ ਕੁਝ ਐਡੀਸ਼ਨਲ ਬੈਨੀਫਿਟਸ ਮਿਲਦੇ ਨੇ, ਦੂਸਰੀਆਂ ਪਾਰਟੀਆਂ ਨਾਲੋਂ ਕੋਈ ਬੈਨੀਫਿਟ ਮਿਲਦੇ ਨੇ ਕਿ ਨਹੀਂ ਮਿਲਦੇ, ਉਹ ਵੀ ਸਾਡੇ ਲਈ ਇੰਪੋਰਟੈਂਟ ਹੋ ਜਾਂਦੇ ਨੇ। ਪਹਿਲਾਂ ਗੱਲ ਆਉਂਦੀ ਹੈ ਜੀ, what are the conditions required, ਠੀਕ ਹੈ ਜੀ, ਕਿਹੜੀਆਂ ਕਿਹੜੀਆਂ ਕੰਡੀਸ਼ਨਸ ਫੁੱਲਫਿਲ ਕਰਨੀਆਂ ਪੈਂਦੀਆਂ ਇੱਕ ਪਾਰਟੀ ਨੂੰ ਨੈਸ਼ਨਲ ਪਾਰਟੀ ਬਣਨ ਦੇ ਲਈ। ਵੈਰੀ ਇੰਪੋਰਟੈਂਟ, ਐਜ਼ ਪਰ ਇਲੈਕਸ਼ਨ ਸਿੰਬਲਸ ਆਰਡਰ 1968 ਰਿਜ਼ਰਵੇਸ਼ਨ ਐਂਡ ਅਲੋਟਮੈਂਟ ਆਰਡਰ 1968 ਦਾ ਜੋ ਇਲੈਕਸ਼ਨ ਸਿੰਬਲਸ ਆਰਡਰ ਹੈ, ਉਸ ਆਰਡਰ ਦੇ ਅੰਡਰ ਇਹ ਜੋ ਕੰਡੀਸ਼ਨਸ ਨੇ, ਇਹ ਕ੍ਰਾਈਟੇਰੀਆ ਹੈ, ਪ੍ਰੋਵਾਈਡ ਕੀਤਾ ਗਿਆ ਇੱਕ ਪਾਰਟੀ ਨੂੰ ਪੋਲੀਟੀਕਲ ਪਾਰਟੀ ਡਿਕਲੇਅਰ ਕਰਨ ਦੇ ਲਈ। ਠੀਕ ਹੈ ਜੀ, ਧਿਆਨ ਰੱਖਿਓ, ਪੇਪਰ 'ਚ ਪੁੱਛਿਆ ਜਾ ਸਕਦਾ ਵੀ ਕਿਸ ਆਰਡਰ ਦੇ ਅੰਡਰ ਜਾਂ ਕਿਸ ਆਰਟੀਕਲ ਦੇ ਅੰਡਰ ਜਾਂ ਕਿਸ ਐਕਟ ਦੇ ਅੰਡਰ ਇਹ ਪ੍ਰੋਵੀਜ਼ਨਸ ਪ੍ਰੋਵਾਈਡਡ ਨੇ। ਇਹ ਇਲੈਕਸ਼ਨ ਸਿੰਬਲਸ ਆਰਡਰ 1968 ਉਹਦੇ ਅੰਡਰ ਇਹ ਕੰਡੀਸ਼ਨਸ ਪ੍ਰੋਵਾਈਡਡ ਨੇ। There are following requirements to be met. First, the party must be a recognized party in 4 or more states. ठीक है, फर्स्ट जो क्राइटेरिया है वो ये है कि वो पार्टी ਜਾਂ ਤਾਂ 4 ਜਾਂ 4 ਤੋਂ ਵੱਧ ਸਟੇਟਸ ਦੇ ਵਿੱਚ ਰੈਕੋਗਨਾਈਜ਼ਡ ਪੋਲੀਟੀਕਲ ਪਾਰਟੀ ਹੋਵੇ। ਠੀਕ ਹੈ, ਜੇ ਕੋਈ ਵੀ ਪੋਲੀਟੀਕਲ ਪਾਰਟੀ 4 ਜਾਂ 4 ਸਟੇਟਸ ਤੋਂ ਵੱਧ ਸਟੇਟਸ ਦੇ ਵਿੱਚ ਰੈਕੋਗਨਾਈਜ਼ਡ ਹੈ ਐਜ਼ ਅ ਸਟੇਟ ਪਾਰਟੀ, ਤਾਂ ਉਹ ਨੈਸ਼ਨਲ ਪਾਰਟੀ ਬਣ ਸਕਦੀ ਆ। ਧਿਆਨ ਰੱਖਿਓ ਤੇ ਔਰ ਲਿਖਿਆ, ਮਤਲਬ ਜਾਂ ਤਾਂ ਫਸਟ ਇੱਥੇ ਵੀ ਔਰ ਹੈ, ਜਾਂ ਸੈਕਿੰਡ ਜਾਂ ਥਰਡ, ਇਹਨਾਂ ਤਿੰਨਾਂ ਚੋਂ ਕੋਈ ਵੀ ਇੱਕ ਕ੍ਰਾਈਟੇਰੀਆ ਫੁੱਲਫਿਲ ਕਰਤਾ ਤਾਂ ਉਹ ਪਾਰਟੀ ਨੂੰ ਨੈਸ਼ਨਲ ਪਾਰਟੀ ਡਿਕਲੇਅਰ ਕੀਤਾ ਜਾ ਸਕਦਾ। ਫਸਟ ਹੋ ਗਿਆ ਵੀ ਉਹ ਮਿਨੀਮਮ 4 ਸਟੇਟਸ ਦੇ ਵਿੱਚ ਰੈਕੋਗਨਾਈਜ਼ਡ ਹੋਵੇ ਐਜ਼ ਅ ਸਟੇਟ ਪਾਰਟੀ। ਸੈਕਿੰਡ, it has won at least 2% of the total seats in Lok Sabha from not less than 3 states, मतलब ਘੱਟੋ ਘੱਟ 3 ਸਟੇਟਸ ਦੇ ਵਿੱਚੋਂ ਉਹ ਪਾਰਟੀ ਕੰਟੈਸਟ ਕਰੀ ਹੋਵੇ। ਤੇ ਤਿੰਨਾਂ ਸਟੇਟਸ ਦੇ ਕਿਹੜੀਆਂ ਇਲੈਕਸ਼ਨ? ਲੋਕ ਸਭਾ ਦੀਆਂ। ਯਾਦ ਰੱਖਿਓ, ਸਟੇਟ ਅਸੈਂਬਲੀ ਦੀ ਇਲੈਕਸ਼ਨ ਨਹੀਂ ਹੈ ਸੈਕੰਡ ਕ੍ਰਾਈਟੇਰੀਆ ਦੇ ਵਿੱਚ, ਇਹ ਹੈ ਲੋਕ ਸਭਾ ਦੀਆਂ ਇਲੈਕਸ਼ਨ। ਮਤਲਬ ਕਿ ਲੋਕ ਸਭਾ ਦੀਆਂ ਜਦੋਂ ਇਲੈਕਸ਼ਨ ਹੋਈਆਂ, ਉਹਨਾਂ ਇਲੈਕਸ਼ਨ ਦੇ ਵਿੱਚ ਇੱਕ ਉਹ ਪਾਰਟੀ ਘੱਟੋ ਘੱਟ 3 ਸਟੇਟਸ ਦੇ ਵਿੱਚ ਕੰਟੈਸਟ ਕੀਤੀ ਹੋਵੇ, ਪਲੱਸ 3 ਸਟੇਟਸ ਦੇ ਵਿੱਚ ਕੰਟੈਸਟ ਕਰਕੇ ਐਟ ਲੀਸਟ 2% ਆਫ ਸੀਟਸ ਉਹਨੇ ਜਿੱਤੀਆਂ ਹੋਣ। ਮਤਲਬ ਕਿ ਟੋਟਲ 545 ਸੀਟਸ ਨੇ, ਤਾਂ ਉਹਦੇ ਚੋਂ 2% ਸੀਟਾਂ ਉਹਨੇ ਘੱਟੋ ਘੱਟ ਜਿੱਤੀਆਂ ਹੋਣੀਆਂ ਚਾਹੀਦੀਆਂ ਨੇ। ਤੇ ਕਿੰਨੀਆਂ ਸਟੇਟਸ ਦੇ ਵਿੱਚੋਂ? ਐਟ ਲੀਸਟ 3 ਸਟੇਟਸ ਦੇ ਵਿੱਚੋਂ ਲੋਕ ਸਭਾ ਦੀਆਂ। ਜਾਂ ਫਿਰ ਇਹ ਕ੍ਰਾਈਟੇਰੀਆ ਫੁੱਲਫਿਲ ਕਰਦੇ ਤਾਂ ਉਹਨੂੰ ਨੈਸ਼ਨਲ ਪਾਰਟੀ ਡਿਕਲੇਅਰ ਕੀਤਾ ਜਾ ਸਕਦਾ। ਜੇ ਨਹੀਂ, ਇਹਨਾਂ ਦੋਨਾਂ ਚੋਂ ਕੋਈ ਨਹੀਂ, ਤਾਂ ਆਹ ਹੋ ਜੇ। ਤੀਸਰਾ ਕੀ ਹੈ? ਇਟਸ ਕੈਂਡੀਡੇਟਸ ਪੋਲਡ ਐਟ ਲੀਸਟ 6% ਆਫ ਟੋਟਲ ਵੈਲਿਡ ਵੋਟਸ in any 4 or more states in the Lok Sabha or assembly elections। ਠੀਕ ਹੈ ਜੀ, ਮਤਲਬ ਕਿ 6% ਜਿਹੜੀਆਂ ਵੈਲਿਡ ਵੋਟਸ ਪੋਲ ਹੋਈਆਂ ਨੇ, ਜਾਂ ਤਾਂ ਲੋਕ ਸਭਾ ਦੀਆਂ, ਜਾਂ ਤਾਂ 4 ਜਾਂ 4 ਤੋਂ ਵੱਧ ਸਟੇਟਸ ਦੇ ਵਿੱਚ, ਕਿੱਥੇ? ਲੋਕ ਸਭਾ ਦੀਆਂ ਇਲੈਕਸ਼ਨਸ ਦੇ ਵਿੱਚ ਜਾਂ ਸਟੇਟ ਦੀਆਂ ਇਲੈਕਸ਼ਨਸ ਦੇ ਵਿੱਚ। ਠੀਕ ਹੈ, ਜਾਂ ਅਸੈਂਬਲੀ, ਜੋ ਸਟੇਟ ਦੀਆਂ ਅਸੈਂਬਲੀ ਇਲੈਕਸ਼ਨਸ ਨੇ, ਉਹਨਾਂ ਦੇ ਵਿੱਚੋਂ ਐਟ ਲੀਸਟ 6% ਜਿਹੜੀਆਂ ਵੈਲਿਡ ਵੋਟਸ ਨੇ ਉਹ ਉਸ ਪਾਰਟੀ ਨੂੰ ਮਿਲੀਆਂ ਹੋਣ। ਇਹ ਕ੍ਰਾਈਟੇਰੀਆ ਫੁੱਲਫਿਲ ਕੀਤਾ ਆਮ ਆਦਮੀ ਪਾਰਟੀ ਨੇ। 6% ਵਾਲਾ ਜੋ ਰਿਕੁਆਇਰਡ ਨੰਬਰ ਸੀ, ਉਹਨਾਂ ਨੂੰ 4 ਜਾਂ 4 ਤੋਂ ਵੱਧ ਸਟੇਟਸ ਦੇ ਵਿੱਚ ਮਿਲ ਚੁੱਕਿਆ ਹੁਣ। ਠੀਕ ਹੈ, ਜਿਹਦੇ ਕਰਕੇ ਉਹਨੂੰ ਆਪਾਂ ਨੈਸ਼ਨਲ ਪਾਰਟੀ ਹੁਣ ਡਿਕਲੇਅਰ ਕਰ ਸਕਦੇ ਹਾਂ। ਐਂਡ ਹੈਜ਼ ਐਟ ਲੀਸਟ 4 MPs ਇਨ ਦ ਲਾਸਟ ਲੋਕ ਸਭਾ ਪੋਲ। ਇਹਦੇ ਨਾਲ ਜੋ ਲਾਸਟ ਕ੍ਰਾਈਟੇਰੀਆ, ਉਹਦੇ 'ਚ 2 ਚੀਜ਼ਾਂ ਨੇ। ਇੱਕ ਤਾਂ ਇਹ ਹੋ ਗਿਆ ਵੀ ਉਸ ਪਾਰਟੀ ਨੂੰ ਘੱਟੋ ਘੱਟ 6% ਵੋਟਸ, ਵੈਲਿਡ ਵੋਟਸ ਮਿਲੀਆਂ ਹੋਣ 4 ਸਟੇਟਸ ਦੇ ਵਿੱਚੋਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਾਂ ਸਟੇਟ ਅਸੈਂਬਲੀ ਦੇ ਇਲੈਕਸ਼ਨ ਦੇ ਵਿੱਚ, ਪਲੱਸ ਲੋਕ ਸਭਾ ਦੀ ਜੋ ਲਾਸਟ ਪੋਲ ਹੋਈ ਸੀ ਉਹਦੇ 'ਚ ਘੱਟੋ ਘੱਟ ਉਹਨਾਂ ਦੇ 4 MP ਹੋਣ। ਠੀਕ ਹੈ ਜੀ, ਇਹ 3 ਕ੍ਰਾਈਟੇਰੀਆ ਨੇ ਨੈਸ਼ਨਲ ਪਾਰਟੀ ਡਿਕਲੇਅਰ ਕਰਨ ਦੇ ਲਈ। ਇਹਦੇ ਨਾਲ ਹੀ ਇਹਦਾ ਹੋ ਗਿਆ ਨੈਸ਼ਨਲ ਪਾਰਟੀ ਨੂੰ ਡਿਕਲੇਅਰ ਕਰਨ ਦੇ ਲਈ। ਫਿਰ ਆਪਾਂ ਗੱਲ ਕਰਦੇ ਹਾਂ ਸਟੇਟ ਪਾਰਟੀਜ਼। ਜਿਹੜੀਆਂ ਸਟੇਟ ਪਾਰਟੀਜ਼ ਹੁੰਦੀਆਂ ਨੇ, ਉਹਨਾਂ ਦੇ ਲਈ ਵੀ ਡਿਫਰੈਂਟ ਕ੍ਰਾਈਟੇਰੀਆਜ਼ ਨੇ, ਉਹ ਵੀ ਪ੍ਰੋਵਾਈਡਡ ਨੇ। ਉਹ ਆਪਾਂ ਫਿਰ ਕਿਸੇ ਹੋਰ ਲੈਕਚਰ 'ਚ ਡਿਸਕਸ ਕਰਾਂਗੇ। ਅੱਜ ਆਪਾਂ ਨੂੰ ਇੰਨਾ ਹੀ ਕਰਨ ਦੀ ਲੋੜ ਆ, ਤੇ ਜੇ ਹੋ ਸਕੇ ਤਾਂ ਤੁਸੀਂ ਖੁਦ ਸਰਚ ਕਰਕੇ ਉਹਨਾਂ ਬਾਰੇ ਪੜ੍ਹ ਲਿਓ ਕਿ ਸਟੇਟ ਪਾਰਟੀ, ਕਿਸੇ ਵੀ ਪਾਰਟੀ ਨੂੰ ਸਟੇਟ ਲੈਵਲ ਤੇ ਰੈਕੋਗਨਾਈਜ਼ ਕਰਨ ਦੇ ਲਈ ਕਿਹੜੇ ਕ੍ਰਾਈਟੇਰੀਆਜ਼ ਫੁੱਲਫਿਲ ਕਰਨੇ ਪੈਂਦੇ ਨੇ। ਬਟ ਇਹ ਨੈਸ਼ਨਲ ਪਾਰਟੀ ਵਾਲੇ ਤੁਹਾਡੇ ਲਈ ਜ਼ਿਆਦਾ ਜ਼ਰੂਰੀ ਨੇ, ਕਿਉਂਕਿ ਰੀਸੈਂਟਲੀ ਆਮ ਆਦਮੀ ਪਾਰਟੀ ਨੇ ਕ੍ਰਾਈਟੇਰੀਆ ਫੁੱਲਫਿਲ ਕੀਤੇ ਨੇ ਤੇ ਉਹ ਨੈਕਸਟ ਸਾਡੀ ਨੈਸ਼ਨਲੀ ਰੈਕੋਗਨਾਈਜ਼ਡ ਪਾਰਟੀ ਬਣਨ ਜਾ ਰਹੀ ਆ। ਠੀਕ ਹੈ, ਤੇ ਇਹਨਾਂ ਨੂੰ ਰੈਕੋਗਨਾਈਜ਼ ਕਿਹਨੇ ਕਰਨਾ ਜੀ? ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ। ਤੇ ਹਾਊ ਮੈਨੀ ਨੈਸ਼ਨਲ ਪੋਲੀਟੀਕਲ ਪਾਰਟੀਜ਼ ਆਰ ਦੇਅਰ ਇਨ ਇੰਡੀਆ? ਜੇ ਆਪਾਂ ਹੁਣ ਗੱਲ ਕਰੀਏ ਵੀ ਐਟ ਪ੍ਰੈਜ਼ੈਂਟ ਕਿੰਨੀਆਂ ਪੋਲੀਟੀਕਲ ਪਾਰਟੀਜ਼ ਨੇ ਜਿਹੜੀਆਂ ਨੈਸ਼ਨਲ ਲੈਵਲ ਤੇ ਰੈਕੋਗਨਾਈਜ਼ਡ ਨੇ, as of now election commission has recognized 8 parties,
ठीक है जी, 8 पार्टीज एज नैशनल पार्टीज। ਕਿਹੜੀਆਂ ਨੇ ਉਹ ਆਪਾਂ ਇੱਥੇ ਇਲੈਕਸ਼ਨ ਕਮਿਸ਼ਨ ਦੀ ਹੀ ਇੱਕ ਸਾਈਟ ਤੋਂ ਮੈਂ ਲਈ ਹੈ। ਕਮਿਊਨਿਸਟ ਪਾਰਟੀ ਆਫ ਇੰਡੀਆ, ਠੀਕ ਹੈ ਜੀ, ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ, then Indian National Congress, Nationalist Congress Party, National People's Party, All India Trinamool Congress, BSP and BJP। ਇਹ 8 ਪਾਰਟੀਜ਼ ਨੇ ਜਿਹੜੀਆਂ ਹੁਣ ਰੈਕੋਗਨਾਈਜ਼ਡ ਨੇ ਐਜ਼ ਨੈਸ਼ਨਲ ਪਾਰਟੀਜ਼ ਤੇ 9th ਪਾਰਟੀ ਆਮ ਆਦਮੀ ਹੋਊ। ਤੇ ਹੁਣ ਜੇ ਆਪਾਂ ਗੱਲ ਕਰੀਏ ਹਲੇ ਤੱਕ ਦੀ ਜੋ ਲੇਟੈਸਟ ਐਂਟਰੀ ਆ ਉਹ ਹੈ ਜੀ ਨੈਸ਼ਨਲ ਪੀਪਲਜ਼ ਪਾਰਟੀ, ਜੋ 2019 ਦੇ ਵਿੱਚ ਰੈਕੋਗਨਾਈਜ਼ ਕੀਤੀ ਗਈ ਸੀ, ਠੀਕ ਹੈ ਜੀ। ਨੈਸ਼ਨਲ ਪੀਪਲਜ਼ ਪਾਰਟੀ 2019 ਚ ਰੈਕੋਗਨਾਈਜ਼ ਕੀਤੀ ਗਈ ਸੀ ਇਹ ਐਜ਼ ਅ ਨੈਸ਼ਨਲ ਪਾਰਟੀ। ਤੇ ਹੁਣ ਟੋਟਲ 8 ਨੇ ਗਈਆਂ, 9th ਹੋ ਜੂਗੀ ਹੁਣ ਆਮ ਆਦਮੀ ਪਾਰਟੀ। ਦੈਨ ਹੁਣ ਆਪਾਂ ਗੱਲ ਕਰੀਏ ਵੀ ਕਿਸੇ ਪਾਰਟੀ ਨੂੰ ਆਪਾਂ ਨੈਸ਼ਨਲ ਪਾਰਟੀ ਡਿਕਲੇਅਰ ਕਰ ਰਹੇ ਹਾਂ ਤਾਂ ਉਹਦਾ ਕੀ ਉਹਨੂੰ ਕੁਝ ਬੈਨੀਫਿਟਸ ਮਿਲਦੇ ਨੇ, ਕੁਝ ਦੂਸਰੀਆਂ ਪਾਰਟੀਜ਼ ਨੂੰ ਉਹਨਾਂ ਨੂੰ ਦੂਸਰੀਆਂ ਜੋ ਪੋਲੀਟੀਕਲ ਪਾਰਟੀਜ਼ ਕੰਟੈਸਟ ਕਰ ਰਹੀਆਂ ਨੇ ਉਹਨਾਂ ਨੂੰ ਕੁਝ ਸਪੈਸ਼ਲ ਟ੍ਰੀਟਮੈਂਟ ਉਹਨਾਂ ਨੂੰ ਮਿਲਦਾ, ਜ਼ਰੂਰ ਮਿਲਦਾ ਜੀ। ਫਸਟ ਇਜ਼ ਐਲੀਜੀਬਲ ਟੂ ਅ ਰਿਜ਼ਰਵਡ ਸਿੰਬਲ। ਇਹਨਾਂ ਦਾ ਜਿਹੜਾ ਸਿੰਬਲ ਹੋਊਗਾ ਜਦੋਂ ਆਪਾਂ ਨੈਸ਼ਨਲ ਲੈਵਲ ਤੇ ਆਪਾਂ ਲੋਕ ਸਭਾ ਦੀਆਂ ਇਲੈਕਸ਼ਨਸ ਦੀ ਗੱਲ ਕਰੀਏ ਜਾਂ ਸਟੇਟ ਦੀ ਗੱਲ ਕਰੀਏ, ਇਹਨਾਂ ਦਾ ਜਿਹੜਾ ਸਿੰਬਲ ਆ ਨਾ ਉਹ ਰਿਜ਼ਰਵ ਹੋ ਜਾਂਦਾ ਵੀ ਉਹ ਸਿੰਬਲ ਇਸੇ ਪਾਰਟੀ ਨੇ ਯੂਜ਼ ਕਰਨਾ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਹੋਊਗਾ, ਠੀਕ ਹੈ। ਜਿਵੇਂ ਆਪਾਂ ਨੂੰ ਪਤਾ ਵੀ ਹੁਣ ਆਪਾਂ ਇਸ ਤੋਂ ਪਹਿਲਾਂ ਗੱਲ ਕਰ ਲਈਏ ਪੰਜਾਬ ਦੀ ਗੱਲ ਕਰੀਏ, ਜੇ ਸਿਮਰਜੀਤ ਸਿੰਘ ਮਾਨ ਦੀ ਗੱਲ ਕਰੀਏ, ਉਹ ਕਾਫੀ ਟਾਈਮ ਤੋਂ ਇਲੈਕਸ਼ਨਸ ਕੰਟੈਸਟ ਕਰ ਰਹੇ ਨੇ, ਬਟ ਹਰ ਸਾਲ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ, ਜਿਹੜਾ ਸਿੰਬਲ ਆ ਉਹ ਡਿਫਰੈਂਟ ਹੁੰਦਾ ਸੀ। ਰੀਜ਼ਨ ਬੀਇੰਗ ਉਹਨਾਂ ਦੀ ਪਾਰਟੀ ਰੈਕੋਗਨਾਈਜ਼ਡ ਨਹੀਂ ਸੀ, ਉਹਨਾਂ ਨੂੰ ਜੋ ਕ੍ਰਾਈਟੇਰੀਆ ਚਾਹੀਦਾ ਸੀ ਨਾ ਉਹ ਸਟੇਟ ਲੈਵਲ ਤੇ ਰੈਕੋਗਨਾਈਜ਼ਡ ਸੀ ਨਾ ਨੈਸ਼ਨਲ ਲੈਵਲ ਤੇ, ਉਹ ਕ੍ਰਾਈਟੇਰੀਆ ਫੁੱਲਫਿਲ ਨਹੀਂ ਹੋ ਰਿਹਾ ਸੀ, ਠੀਕ ਹੈ ਜੀ। ਤਾਂ ਇਹ ਬੈਨੀਫਿਟ ਹੁੰਦਾ ਉਹਨਾਂ ਨੂੰ, ਸਿੰਬਲ ਉਹਨਾਂ ਦਾ ਰਿਜ਼ਰਵ ਹੋ ਜਾਂਦਾ, ਕੋਈ ਹੋਰ ਪਾਰਟੀ ਉਹਨਾਂ ਦਾ ਸਿੰਬਲ ਯੂਜ਼ ਨਹੀਂ ਕਰ ਸਕਦੀ। ਸੈਕਿੰਡ, ਇਹਨਾਂ ਨੂੰ 40 ਸਟਾਰ ਕੈਂਪੇਨਰਸ ਮਿਲਦੇ ਨੇ। ਸਟਾਰ ਕੈਂਪੇਨਰਸ ਉਹ ਕੈਂਪੇਨਰਸ ਹੁੰਦੇ ਨੇ, ਇੱਕ ਪੋਲੀਟੀਕਲ ਪਾਰਟੀ ਜਦੋਂ ਵੀ ਇਲੈਕਸ਼ਨ ਹੁੰਦੀਆਂ ਨੇ ਨਾ ਉਹਦੀ ਕੈਂਪੇਨਸ ਹੁੰਦੀ ਹੈ। ਕੈਂਪੇਨਸ ਦੇ ਵਿੱਚ ਕੀ ਹੁੰਦਾ ਵੀ ਜਿਹੜੇ ਸਟਾਰ ਕੈਂਪੇਨਰ ਹੁੰਦੇ ਨੇ ਉਹਨਾਂ ਦਾ ਜਿਹੜਾ ਵੀ ਖਰਚਾ ਹੁੰਦਾ ਨਾ ਕੈਂਪੇਨਿੰਗ ਦਾ, ਉਹ ਕੈਂਡੀਡੇਟ ਦੇ ਖਰਚੇ ਦੇ ਵਿੱਚ ਇਨਕਲੂਡ ਨਹੀਂ ਹੁੰਦਾ, ਬਿਕੋਜ਼ ਇਲੈਕਸ਼ਨ ਕਮਿਸ਼ਨ ਆ ਜੋ ਉਹ ਕੈਂਡੀਡੇਟ ਵਾਈਜ਼ ਪਰ ਕੈਂਡੀਡੇਟ ਖਰਚਾ ਲਿਮਿਟ ਕਰਦਾ ਵੀ ਇੱਕ ਕੈਂਡੀਡੇਟ ਨੇ ਇਲੈਕਸ਼ਨ ਦੀ ਕੈਂਪੇਨ ਦੇ ਵਿੱਚ ਇੰਨਾ ਖਰਚਾ ਕਰਨਾ। ਜੇ ਉਸ ਤੋਂ ਜ਼ਿਆਦਾ ਕਰਨਗੇ ਤਾਂ ਉਹ ਕਹਿ ਲਓ ਵੀ ਇਲੀਗਲ ਹੋ ਜਾਊਗਾ ਉਹ, ਜਾਂ ਉਹਦੀਆਂ ਉਸ ਚੀਜ਼ ਨੂੰ ਉਹਦੇ ਅਗੇਂਸਟ ਇਲੈਕਸ਼ਨ ਕਮਿਸ਼ਨ ਐਕਸ਼ਨ ਲੈ ਸਕਦਾ। ਬਟ ਜਿਹੜੇ ਸਟਾਰ ਕੈਂਪੇਨਰਸ ਹੋਣਗੇ ਉਹਨਾਂ ਦੇ ਵਿੱਚ ਜਿਹੜਾ ਵੀ ਉਹਨਾਂ ਦਾ ਇਲੈਕਸ਼ਨ ਦਾ ਖਰਚਾ ਹੋਊ ਉਹ ਕੈਂਡੀਡੇਟ ਦੇ, ਜਿਵੇਂ ਕਹਿ ਲਓ ਵੀ ਮੈਂ ਕਿਸੇ ਸੀਟ ਤੋਂ ਕੰਟੈਸਟ ਕਰ ਰਿਹਾ, ਠੀਕ ਹੈ ਜੀ, ਮੈਂ ਤੇ ਮੇਰੇ ਲਈ ਕੈਂਪੇਨ ਕੌਣ ਕਰ ਰਿਹਾ? ਸਟਾਰ ਕੈਂਪੇਨਰ। ਮੇਰੇ ਲਈ ਉਹਨਾਂ ਨੇ ਖਰਚਾ ਪ੍ਰੋਵਾਈਡ ਕਰਤਾ ਵੀ ਮੈਂ ਉਹਦੇ ਵਿੱਚ 10 ਲੱਖ ਰੁਪਈਆ ਖਰਚਾ ਕਰਨਾ ਕੈਂਪੇਨ ਦੇ ਵਿੱਚ, ਠੀਕ ਹੈ। ਬਟ ਮੇਰੀ ਕੈਂਪੇਨ ਦੇ ਦੌਰਾਨ ਮੈਂ ਇੱਕ ਜੋ ਪਾਰਟੀ ਦਾ ਸਾਡਾ ਸਟਾਰ ਕੈਂਪੇਨਰ ਸੀ ਉਹਨੂੰ ਸੱਦ ਲਿਆ, ਉਹਦੇ ਤੇ 3 ਲੱਖ ਰੁਪਈਆ ਐਕਸਟਰਾ ਖਰਚਾ ਹੋ ਗਿਆ, ਠੀਕ ਹੈ। ਤੇ ਉਹ ਜਿਹੜਾ 3 ਲੱਖ ਹੋਊਗਾ ਨਾ ਉਹ ਮੇਰੇ ਖਰਚੇ ਦੇ ਵਿੱਚ ਐਡ ਨਹੀਂ ਹੋਊਗਾ, ਮਤਲਬ ਕਿ ਮੇਰਾ ਖਰਚਾ 10 ਲੱਖ ਹੀ ਹੈ, ਉਹ ਜੋ 3 ਲੱਖ ਆ ਉਹ ਪੂਰੀ ਪਾਰਟੀ ਦਾ ਖਰਚਾ ਹੋਊ। ਮਤਲਬ ਕਿ ਇਹ 'ਚ ਬੈਨੀਫਿਟ ਹੋ ਜਾਂਦਾ ਵੀ ਕੈਂਡੀਡੇਟ ਦਾ ਜਿਹੜਾ ਖਰਚਾ ਉਹਦੇ ਤੋਂ ਬਾਹਰ ਜਾ ਕੇ ਵੀ ਕੈਂਪੇਨਿੰਗ ਦੇ ਜੋ ਖਰਚੇ ਨੇ ਉਹ ਕੀਤੇ ਜਾ ਸਕਦੇ ਨੇ ਇਨ ਦਾ ਫਾਰਮ ਆਫ ਸਟਾਰ ਕੈਂਪੇਨਰ। ਇਹਨਾਂ ਨੂੰ ਜ਼ਿਆਦਾ ਮਿਲਦੇ ਨੇ। ਦੂਸਰੀਆਂ ਪਾਰਟੀਆਂ ਹੁੰਦੀਆਂ ਨੇ ਜਿਹੜੀਆਂ ਰੈਕੋਗਨਾਈਜ਼ਡ ਨਹੀਂ ਹੁੰਦੀਆਂ ਨੈਸ਼ਨਲ ਲੈਵਲ ਤੇ, ਉਹਨਾਂ ਨੂੰ ਘੱਟ ਮਿਲਦੇ ਨੇ। ਉਹਨਾਂ ਦੇ ਸਟਾਰ ਕੈਂਪੇਨਰਸ ਹੁੰਦੇ ਨੇ 20 ਹੁੰਦੇ ਨੇ, ਹਾਂ ਉਹਨਾਂ ਦੇ 20 ਸਟਾਰ ਕੈਂਪੇਨਰਸ ਹੁੰਦੇ ਨੇ, ਇਹਨਾਂ ਦੇ 40 ਹੁੰਦੇ ਨੇ। ਤੇ ਫਿਰ ਆਪਾਂ ਗੱਲ ਕਰੀਏ ਫ੍ਰੀ ਆਫ ਦਾ ਕਾਸਟ, ਉਹਨਾਂ ਨੂੰ ਐਸੈਸ ਮਿਲਦੀ ਆ ਟੂ 2 ਸੈਟਸ ਆਫ ਇਲੈਕਟੋਰਲ ਰੂਲਸ, ਕਿਉਂਕਿ ਜਦੋਂ ਵੀ ਇਲੈਕਸ਼ਨ ਹੁੰਦੀਆਂ ਨੇ ਉਹਨਾਂ ਲਈ ਇਲੈਕਟੋਰਲ ਰੂਲਸ ਅਪਡੇਟ ਕੀਤੇ ਜਾਂਦੇ ਨੇ। ਉਹ ਜਿਹੜੇ ਇਲੈਕਟੋਰਲ ਰੂਲਸ ਹੁੰਦੇ ਨੇ ਉਹ ਰੈਕੋਗਨਾਈਜ਼ਡ ਪੋਲੀਟੀਕਲ ਨੈਸ਼ਨਲ ਪਾਰਟੀ ਨੂੰ 2 ਸੈਟ ਆਫ ਇਲੈਕਟੋਰਲ ਰੂਲਸ ਫ੍ਰੀ ਆਫ ਦਾ ਕਾਸਟ ਮਿਲਦੇ ਨੇ, ਠੀਕ ਹੈ ਜੀ, ਦੂਸਰੀਆਂ ਨੂੰ ਨਹੀਂ ਮਿਲਦੇ ਇਹ। ਤੇ ਫਿਰ ਆਪਣੇ ਕੋਲ ਆਉਂਦਾ ਡੈਡੀਕੇਟਡ ਬ੍ਰੌਡਕਾਸਟ ਸਲੋਟਸ ਔਨ ਪਬਲਿਕ ਬ੍ਰੌਡਕਾਸਟਰ, ਜਿੱਦਾਂ ਆਪਾਂ ਦੂਰਦਰਸ਼ਨ ਦੀ ਗੱਲ ਕਰ ਲਈਏ ਜਾਂ ਆਲ ਇੰਡੀਆ ਰੇਡੀਓ ਦੀ ਗੱਲ ਕਰ ਲਈਏ, ਉਹਨਾਂ ਨੂੰ ਜਿਹੜੀਆਂ ਰੈਕੋਗਨਾਈਜ਼ਡ ਪਾਰਟੀਜ਼ ਹੁੰਦੀਆਂ ਨੇ ਨੈਸ਼ਨਲ ਲੈਵਲ 'ਤੇ ਉਹਨਾਂ ਨੂੰ ਜ਼ਿਆਦਾ ਕਹਿ ਲਓ ਵੀ ਉਹਨਾਂ ਨੂੰ ਇੱਕ ਪਰਟੀਕੂਲਰ ਉਹਨਾਂ ਨੂੰ ਫਿਕਸਡ ਸਲੋਟ ਮਿਲਦੇ ਨੇ ਆਪਣੀ ਗੱਲ ਰੱਖਣ ਦੇ, ਉੱਥੇ ਵੀ ਜੋ ਵੀ ਉਹਨਾਂ ਦੇ ਮੁੱਦੇ ਨੇ ਉਹਨਾਂ ਬਾਰੇ ਗੱਲ ਕਰ ਸਕਦੇ ਨੇ, ਠੀਕ ਹੈ। ਦੈਨ ਪਾਰਟੀ ਰਿਕੁਆਇਰਸ ਓਨਲੀ 1 ਪ੍ਰਪੋਜ਼ਰ ਟੂ ਫਾਈਲ ਦੇਅਰ ਨੋਮੀਨੇਸ਼ਨ। ਜਦੋਂ ਵੀ ਕੈਂਡੀਡੇਟ ਨੇ ਨੋਮੀਨੇਸ਼ਨ ਫਾਈਲ ਕਰਨੀਆਂ ਹੁੰਦੀਆਂ ਨੇ ਉਹਨਾਂ ਨੂੰ ਪ੍ਰਪੋਜ਼ਰਸ ਦੀ ਲੋੜ ਹੁੰਦੀ ਆ, ਠੀਕ ਹੈ ਜੀ, ਪ੍ਰਪੋਜ਼ਰਸ ਦੀ ਲੋੜ ਹੁੰਦੀ ਆ। ਮਤਲਬ ਕਿ ਉਹਨਾਂ ਦੇ ਨਾਂ ਨੂੰ ਸਪੋਰਟ ਕਰਨ ਦੇ ਲਈ ਜੇ ਮੈਂ ਨੋਮੀਨੇਸ਼ਨ ਕਰੀ ਤਾਂ ਮੈਨੂੰ ਘੱਟੋ ਘੱਟ 10 ਬੰਦਿਆਂ ਦੀ ਮੈਂ ਮੰਨ ਕੇ ਚੱਲਦਾ ਵੀ 10 ਬੰਦਿਆਂ ਦੀ ਲੋੜ ਆ ਮੇਰੇ ਨਾਂ ਨੂੰ ਸਪੋਰਟ ਕਰਨ, ਫਿਰ ਹੀ ਮੈਂ ਨੋਮੀਨੇਸ਼ਨ ਫਾਈਲ ਕਰ ਸਕਦਾ। ਮਤਲਬ ਕਿ ਐਵੇਂ ਆਪ ਕਹਿ ਦਿੰਦੇ ਨੇ ਵੀ ਗਵਾਹ ਚਾਹੀਦੇ ਨੇ ਸਾਨੂੰ,
ਉਹ ਚੀਜ਼। ਬਟ ਜਿਹੜੀਆਂ ਰੈਕੋਗਨਾਈਜ਼ਡ ਨੈਸ਼ਨਲ ਲੈਵਲ ਤੇ ਹੁੰਦੀਆਂ ਨੇ ਪਾਰਟੀਜ਼, ਉਹਨਾਂ ਦੇ ਲਈ ਕੈਂਡੀਡੇਟ ਨੂੰ ਸਿਰਫ ਇੱਕ ਪ੍ਰਪੋਜ਼ਰ ਚਾਹੀਦਾ, ਇੱਕ ਪ੍ਰਪੋਜ਼ਰ ਦੇ ਨਾਲ ਹੀ ਉਹ ਆਪਣੀਆਂ ਨੋਮੀਨੇਸ਼ਨਸ ਫਾਈਲ ਕਰ ਸਕਦੇ ਨੇ, ਠੀਕ ਹੈ। ਦੈਨ ਆਪਣੇ ਕੋਲੇ ਲਾਸਟ ਹੁੰਦਾ ਗਵਰਨਮੈਂਟ ਅਕੋਮੋਡੇਸ਼ਨ ਇਨ ਨਿਊ ਦਿੱਲੀ ਫॉर ਇਟਸ ਨੈਸ਼ਨਲ ਪ੍ਰੈਜ਼ੀਡੈਂਟ। ਜਿਹੜੇ ਵੀ ਉਸ ਪਾਰਟੀ ਦਾ ਨੈਸ਼ਨਲ ਲੈਵਲ ਦਾ ਪ੍ਰੈਜ਼ੀਡੈਂਟ ਹੁੰਦਾ, ਉਹਨਾਂ ਨੂੰ ਸਰਕਾਰੀ ਰਿਹਾਇਸ਼ ਮਿਲਦੀ ਆ ਦਿੱਲੀ ਦੇ ਵਿੱਚ, ਕਿਉਂਕਿ ਸਾਡੀ ਕੈਪੀਟਲ ਆ। ਪਲੱਸ ਉੱਥੇ ਉਹਨਾਂ ਨੂੰ ਆਫਿਸ ਦੇ ਜੋ ਉੱਥੇ ਆਪਣੇ ਆਫਿਸ ਦਫ਼ਤਰ ਬਣਾਉਣ ਦੇ ਲਈ ਵੀ ਸਬਸਿਡਾਈਜ਼ਡ ਰੇਟਸ ਦੇ ਉੱਪਰ ਉਹਨਾਂ ਨੂੰ ਕਹਿ ਲਓ ਵੀ ਲੈਂਡਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਨੈਸ਼ਨਲ ਕੈਪੀਟਲ ਦੇ ਵਿੱਚ ਸਪੇਸਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਠੀਕ ਹੈ। ਇਹ ਸੀਗਾ ਆਪਣੇ ਨੈਸ਼ਨਲ ਲੈਵਲ ਜੋ ਪੋਲੀਟੀਕਲ ਪਾਰਟੀਜ਼ ਨੇ ਰਿਕੋਗਨਾਈਜ਼ਡ, ਉਹਨਾਂ ਨੂੰ ਕੀ ਬੈਨੀਫਿਟਸ ਮਿਲਦੇ ਨੇ। ਫਿਰ ਆਪਾਂ ਜੋ ਕੁਐਸਚਨ ਦੀ ਗੱਲ ਕੀਤੀ ਸੀ ਉਹਦੇ ਬਾਰੇ ਗੱਲ ਕਰ ਲਈਏ। ਇਹਦਾ ਕਿਸੇ ਨੇ ਆਨਸਰ ਕੀਤਾ ਹੈ ਕਿ ਨਹੀਂ ਕੀਤਾ ਜੀ? ਇੱਕ ਬੱਚੇ ਨੇ ਕੀਤਾ, ਨਹੀਂ ਉਹ ਵੀ ਪਹਿਲਾਂ ਦਾ ਆਨਸਰ ਹੀ ਹੈ ਜੀ, ਇਹਦਾ ਤਾਂ ਕਿਸੇ ਨੇ ਆਨਸਰ ਨਹੀਂ ਕੀਤਾ। ਇਹ ਸਾਰੀਆਂ ਹੀ ਰਿਕੋਗਨਾਈਜ਼ਡ ਨੈਸ਼ਨਲ ਪਾਰਟੀਜ਼ ਨੇ, ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਬੀਜੇਪੀ ਵੀ ਆ, ਤ੍ਰਿਣਮੂਲ ਕਾਂਗਰਸ ਵੀ ਆ, ਬਹੁਜਨ ਸਮਾਜ ਪਾਰਟੀ ਵੀ ਆ, ਨੈਸ਼ਨਲ ਪੀਪਲਸ ਪਾਰਟੀ ਵੀ ਆ, CPI ਵੀ ਆ। ਇਹਨਾਂ ਦੇ ਬਿਨਾਂ ਕਿਹੜੀਆਂ ਕਿਹੜੀਆਂ ਨੇ ਹੁਣ? ਉਹ ਹੈਗੀਆਂ ਨੇ CPI M ਤੇ ਇੰਡੀਅਨ ਨੈਸ਼ਨਲ ਕਾਂਗਰਸ, INC ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਹੋਊਗੀ। ਹਾਂ, ਇਹ 8 ਪਾਰਟੀਜ਼ ਨੇ। ਤੇ 9th ਸਾਡੀ ਹੈਗੀ ਹੈ ਜਿਹਨੂੰ ਆਪਾਂ NCP ਕਹਿ ਦਿੰਦੇ ਆ, ਤੇ 9th ਹੁਣ ਹੋਊਗੀ ਆਮ ਆਦਮੀ ਪਾਰਟੀ, ਠੀਕ ਹੈ ਜੀ। ਤੇ ਹੁਣ ਸਾਡਾ ਜੋ ਨੈਕਸਟ ਟੌਪਿਕ ਹੈ ਦੈਟ ਇਜ਼ ਰੈਮਿਟੈਂਸਸ, ਵੈਰੀ ਇੰਪੋਰਟੈਂਟ। ਕੰਸੀਡਰ ਦ ਫੋਲੋਇੰਗ ਅਬਾਊਟ ਵਰਲਡ ਬੈਂਕ। ਇਹ ਕੁਐਸਚਨ ਤੁਸੀਂ ਸਾਰੇ ਆਨਸਰ ਕਰਿਓ, ਕਿਉਂਕਿ ਇਹਦੇ ਬਾਰੇ ਆਪਾਂ ਪਹਿਲਾਂ ਵੀ ਕੀਤਾ ਹੋਇਆ ਡਿਸਕਸ। ਹਾਂ, ਇੱਕ ਬੱਚੇ ਨੇ ਆਨਸਰ ਕੀਤਾ ਜੀ ਇਹਦਾ D ਆਲ, ਠੀਕ ਹੈ ਜੀ ਕਿਰਨਦੀਪ ਜੀ, ਸਾਰੀਆਂ ਹੀ ਰਿਕੋਗਨਾਈਜ਼ਡ ਨੈਸ਼ਨਲ ਲੈਵਲ ਤੇ ਨੇ। ਤੇ ਆਪਾਂ ਗੱਲ ਕਰੀਏ ਰੈਮਿਟੈਂਸ। ਹੁਣ ਜੋ ਨੈਕਸਟ ਕੁਐਸਚਨ ਹੈ, ਥਰਡ ਕੁਐਸਚਨ, ਕੰਸੀਡਰ ਦ ਫੋਲੋਇੰਗ ਅਬਾਊਟ ਵਰਲਡ ਬੈਂਕ। ਇਟ ਇਜ਼ ਅ ਗਲੋਬਲ ਇੰਸਟੀਚਿਊਟ ਦੈਟ ਪ੍ਰੋਵਾਈਡਸ ਫਾਈਨੈਂਸ਼ੀਅਲ ਹੈਲਪ ਟੂ ਕੰਟਰੀਜ਼ ਅਫੈਕਟਡ ਬਾਏ ਇਕਨੋਮਿਕ ਕ੍ਰਾਈਸਿਸ। ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਕੁਝ ਟਰਮਸ ਹੁੰਦੀਆਂ ਨੇ ਹਰ ਇੱਕ ਸਟੇਟਮੈਂਟ ਦੇ ਵਿੱਚ ਜਿਹੜੀਆਂ ਸਾਨੂੰ ਦੇਖਣੀਆਂ ਚਾਹੀਦੀਆਂ ਨੇ ਜਦੋਂ ਕੋਈ ਵੀ ਆਪਾਂ ਆਨਸਰ ਕਰਦੇ ਹਾਂ। ਇਹਦੇ 'ਚ ਗੱਲ ਹੈ ਕੰਟਰੀਜ਼ ਅਫੈਕਟਡ ਬਾਏ ਇਕਨੋਮਿਕ ਕ੍ਰਾਈਸਿਸ, ਠੀਕ ਹੈ ਜੀ, ਇਹ ਇੰਪੋਰਟੈਂਟ ਟਰਮ ਹੈ ਸਟੇਟਮੈਂਟ ਦੀ। ਦੈਨ ਇਟਸ ਹੈਡਕੁਆਰਟਰ ਇਜ਼ ਲੋਕੇਟਡ ਇਨ ਨਿਊਯਾਰਕ। ਤੁਸੀਂ ਦੱਸਣਾ ਵਰਲਡ ਬੈਂਕ ਦੇ ਸੰਦਰਭ ਦੇ ਵਿੱਚ ਕਿਹੜੀਆਂ ਕਿਹੜੀਆਂ ਸਟੇਟਮੈਂਟਸ ਕਰੈਕਟ ਨੇ, ਦੋਨੋਂ ਠੀਕ ਨੇ, ਇੱਕ ਠੀਕ ਆ ਜਾਂ ਕੋਈ ਵੀ ਠੀਕ ਨਹੀਂ ਹੈ, ਠੀਕ ਹੈ ਜੀ। ਤੇ ਹੁਣ ਸਾਡਾ ਨੈਕਸਟ ਜੋ ਹੈ ਦੈਟ ਇਜ਼ ਵਾਈ ਇਨ ਨਿਊਜ਼। ਰੈਮਿਟੈਂਸਸ ਨਿਊਜ਼ ਦੇ ਵਿੱਚ ਕਿਉਂ ਹੈ? ਵੈਰੀ ਇੰਪੋਰਟੈਂਟ। ਐਜ਼ ਪਰ ਦ ਰੀਸੈਂਟ ਵਰਲਡ ਬੈਂਕ ਰਿਪੋਰਟ, ਇਹ ਰਿਪੋਰਟ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਇਹਦੇ 2-3 ਮੇਨ ਰਿਪੋਰਟਸ ਜੋ ਆਪਾਂ ਕਰ ਲਈਆਂ ਸੀ ਜਦੋਂ ਵਰਲਡ ਬੈਂਕ ਬਾਰੇ ਪੜ੍ਹਿਆ ਸੀ, ਬਟ ਉਹਨਾਂ ਦੇ ਬਿਨਾਂ ਕੁਝ ਹੋਰ ਰਿਪੋਰਟਸ ਵੀ ਪਬਲਿਸ਼ ਕਰਦਾ ਇਹ। ਉਹ ਕਿਹੜੀਆਂ ਕਿਹੜੀਆਂ ਰਿਪੋਰਟਸ ਨੇ ਉਹ ਆਪਾਂ ਗੱਲ ਕਰਾਂਗੇ ਹੁਣ। ਐਜ਼ ਪਰ ਦ ਰੀਸੈਂਟ ਵਰਲਡ ਬੈਂਕ ਰਿਪੋਰਟ ਮਾਈਗ੍ਰੇਸ਼ਨ ਐਂਡ ਡਿਵੈਲਪਮੈਂਟ ਬਰੀਫ, ਇਹ ਰਿਪੋਰਟ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਮਾਈਗ੍ਰੇਸ਼ਨ ਐਂਡ ਡਿਵੈਲਪਮੈਂਟ ਬਰੀਫ ਰਿਪੋਰਟ ਆ ਜਿਹੜੀ, ਇਹ ਕਿਹੜੀ ਬੋਡੀ ਦੀ ਹੈ ਜੀ? ਇਹ ਵਰਲਡ ਬੈਂਕ ਦੀ ਆ, ਠੀਕ ਹੈ। ਇਸ ਰਿਪੋਰਟ ਦੇ ਅਕੋਰਡਿੰਗ ਇੰਡੀਆ ਇਜ਼ ਸੈਟ ਟੂ ਬਿਕਮ ਦ ਫਸਟ ਕੰਟਰੀ ਟੂ ਰਿਸੀਵ $100 ਬਿਲੀਅਨ ਇਨ ਰੈਮਿਟੈਂਸਸ ਫਰੋਮ ਮਾਈਗ੍ਰੈਂਟ ਵਰਕਰਸ ਅਬਰੋਡ, ਠੀਕ ਹੈ। ਜੋ ਇਹਨਾਂ ਦੀ ਰੀਸੈਂਟ ਰਿਪੋਰਟ ਆ, ਉਸ ਰਿਪੋਰਟ ਦੇ ਅਕੋਰਡਿੰਗ ਇੰਡੀਆ 2022 ਦੇ ਵਿੱਚ ਵਰਲਡ ਦਾ ਫਸਟ ਕੰਟਰੀ ਬਣ ਜੂ ਜਿਨ੍ਹਾਂ ਨੂੰ $100 ਬਿਲੀਅਨ in the form of remittances ਆਉਣਾ ਕਿੱਥੋਂ? from the workers working abroad, ਜਿਹੜੇ ਇੰਡੀਆ ਤੋਂ ਬਾਹਰ ਇੰਡੀਅਨ ਲੋਕ ਕੰਮ ਕਰ ਰਹੇ ਨੇ, ਜਾਂ ਕਹਿ ਲਓ ਵੀ ਸਾਡੇ ਰਿਸ਼ਤੇਦਾਰ ਕੋਈ ਜਾਂ ਭਾਈ ਸਾਡੇ ਭੈਣ ਭਰਾ ਸਾਡੇ ਪਰਿਵਾਰ ਚੋਂ ਕੋਈ ਬਾਹਰਲੇ ਦੇਸ਼ 'ਚ ਜਾ ਕੇ ਬਾਹਰਲੇ ਕੰਟਰੀ ਜਾ ਕੇ ਉੱਥੇ ਰਹਿ ਰਿਹਾ, ਕੰਮ ਕਰ ਰਿਹਾ, ਤੇ ਉੱਥੋਂ ਸਾਨੂੰ ਪੈਸੇ ਭੇਜ ਰਿਹਾ, ਸਾਡੇ ਆਪਣੇ ਪਿੱਛੇ ਫੈਮਿਲੀ ਨੂੰ ਪੈਸੇ ਭੇਜ ਰਿਹਾ, ਉਹਨਾਂ ਨੂੰ ਆਪਾਂ ਕਹਿੰਦੇ ਆ ਰੈਮਿਟੈਂਸਸ। ਤੇ ਇੰਡੀਆ 2022 ਦੇ ਵਿੱਚ ਫਸਟ ਕੰਟਰੀ ਬਣਨਾ ਵਰਲਡ ਦਾ। ਐਕਸਪੈਕਟਡ ਆ ਜਿਹੜੇ ਹਿਸਾਬ ਨਾਲ ਇਹਨਾਂ ਦੀ ਗਰੋਥ ਹੋ ਰਹੀ ਹੈ ਹੋਊਗਾ ਹੀ ਕਿ $100 ਬਿਲੀਅਨ ਇਨ ਦਾ ਫਾਰਮ ਆਫ ਰੈਮਿਟੈਂਸ ਇਹਨੂੰ ਰਿਸੀਵ ਹੋਣਾ। ਵੈਰੀ ਇੰਪੋਰਟੈਂਟ, ਬਹੁਤ ਵੱਡੀ ਇੱਕ ਫਿਗਰ ਆ ਇਹ, ਤੇ ਸਾਡੇ ਲਈ ਰੈਲੇਵੈਂਟ ਪੇਪਰ ਲਈ ਪੁੱਛੀ ਜਾ ਸਕਦੀ ਆ। ਹੁਣ ਆਪਾਂ ਗੱਲ ਕਰੀਏ ਰੈਮਿਟੈਂਸ ਹੁੰਦੇ ਕੀ ਨੇ ਜੀ। ਜੇ ਆਪਾਂ ਇੰਡੀਆ ਦੇ ਕੰਟੈਕਸਟ 'ਚ ਗੱਲ ਕਰੀਏ, ਰੈਮਿਟੈਂਸਸ ਆਰ ਮਨੀ ਟ੍ਰਾਂਸਫਰਸ ਫਰੋਮ non-resident Indians employed outside the country
ਟੂ ਫੈਮਿਲੀ ਫਰੈਂਡਸ ਔਰ ਰਿਲੇਟਿਵਸ ਰਿਜ਼ਾਈਡਿੰਗ ਇਨ ਇੰਡੀਆ। ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ, ਕੋਈ ਦੋਸਤ ਮਿੱਤਰ ਉਹਨਾਂ ਦੇ ਇੰਡੀਆ 'ਚ ਰਹਿ ਰਹੇ ਨੇ, ਉਹਨਾਂ ਨੂੰ ਬਾਹਰਲੇ ਜਿਹੜੇ NRIs ਨੇ, ਬਾਹਰ ਕੰਮ ਕਰਦੇ ਨੇ, ਉਹ ਪੈਸੇ ਭੇਜ ਰਹੇ ਨੇ। ਉਹ ਜਿਹੜਾ ਪੈਸਾ ਹੁੰਦਾ ਉਹਨੂੰ ਕਹਿੰਦੇ ਆ ਰੈਮਿਟੈਂਸ। ਠੀਕ ਹੈ, ਰੈਮਿਟੈਂਸ ਦੀ ਡੈਫੀਨੇਸ਼ਨ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਆ। ਤੇ ਇਹਦੇ ਬਾਰੇ ਕਿਉਂਕਿ ਰੀਸੈਂਟਲੀ ਨਿਊਜ਼ ਦੇ ਵਿੱਚ ਆ, ਇੰਡੀਆ ਇੱਕ ਕਹਿ ਲਓ ਵੀ ਬਹੁਤ ਵੱਡੀ ਅਚੀਵਮੈਂਟ ਆ, ਇੱਕ ਉਹਨੂੰ ਅਚੀਵ ਕਰਨ ਜਾ ਰਿਹਾ, ਤਾਂ ਕਰਕੇ ਸਾਡੇ ਲਈ ਇੰਪੋਰਟੈਂਟ ਹੈ ਇਹ ਫਿਗਰ ਬਹੁਤ ਵੱਡਾ $100 ਬਿਲੀਅਨ ਦਾ ਜਿਹੜਾ ਰੈਮਿਟੈਂਸ ਦੀ ਫਾਰਮ ਦੇ ਵਿੱਚ ਆਉਣਾ। ਬਟ ਦਾ ਰਿਪੋਰਟ ਕੀ ਕਹਿੰਦੀ ਹੈ ਜੀ, ਹੁਣ ਆਪਾਂ ਰਿਪੋਰਟ ਦੀ ਗੱਲ ਕਰੀਏ। According to the report, India will become the first country in the world to receive $100 billion in remittance in 2022। 2021 ਦੀ ਗੱਲ ਕਰੀਏ ਤਾਂ 2021 ਚ ਇੰਡੀਆ ਨੇ ਰਿਸੀਵ ਕੀਤਾ ਸੀ ਜੀ ਅਰਾਊਂਡ 90 ਬਿਲੀਅਨ, 89.4 ਬਿਲੀਅਨ ਡਾਲਰ ਰਿਸੀਵ ਕੀਤੇ ਸੀ। ਐਂਡ ਦੈਟ ਮੇਡ ਇੰਡੀਆ ਦਾ ਗਲੋਬਲ ਟੌਪ ਰੈਸੀਪੀਐਂਟ। ਉਦੋਂ ਵੀ ਅਸੀਂ 2021 ਦੇ ਵਿੱਚ ਅਸੀਂ ਜਦੋਂ ਰਿਸੀਵ ਕੀਤੇ ਸੀ 89.4 ਬਿਲੀਅਨ ਡਾਲਰਸ, ਉਦੋਂ ਵੀ ਅਸੀਂ ਵਰਲਡ ਦੇ ਸਭ ਤੋਂ ਲਾਰਜੈਸਟ ਰੈਸੀਪੀਐਂਟ ਸੀ ਰੈਮਿਟੈਂਸਿਸ ਦੇ। ਤੇ ਹੁਣ ਵੀ ਅਸੀਂ ਹੋਈ ਆ ਬਿਗੇਸਟ, ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਗਈ ਤੇ ਸਾਡੇ ਜਿਹੜੇ ਲੋਕ ਨੇ, ਸਾਡੀ ਜਿਹੜੀ ਸਿਟੀਜ਼ਨਸ ਨੇ ਇੱਥੋਂ ਦੇ, ਉਹ ਬਾਹਰਲੀਆਂ ਕੰਟਰੀਜ਼ ਦੇ ਵਿੱਚ ਜਾਂਦੇ ਵੀ ਬਹੁਤ ਨੇ, ਹੈ ਨਾ। ਮੇਨਲੀ ਆਪਾਂ ਜੇ ਗੱਲ ਕਰੀਏ ਜਿਵੇਂ ਗਲਫ ਕੰਟਰੀਜ਼ ਨੇ, UAE, ਪੰਜਾਬ 'ਚੋਂ ਵੀ ਲੋਕ ਬਹੁਤ ਜਾਂਦੇ ਨੇ। ਤੇ ਜੇ ਆਪਾਂ ਮੇਨਲੀ ਗੱਲ ਕਰੀਏ ਸਾਊਥ ਦੀ, ਜੋ ਸਦਰਨ ਸਟੇਟਸ ਨੇ, ਕਿਉਂਕਿ ਪੰਜਾਬ ਦੇ ਵਿੱਚੋਂ ਜਾਂ ਨਾਰਥ ਇੰਡੀਆ ਦੇ ਵਿੱਚੋਂ ਜਿਹੜਾ ਹੁਣ ਦੁਬਈ, ਕਤਰ, ਜਿਹੜੀਆਂ ਇਹ ਕੰਟਰੀਜ਼ ਨੇ, ਜਾਂ ਸਾਊਦੀ ਅਰੇਬੀਆ, ਉੱਥੇ ਜਾਣ ਵਾਲਾ ਟ੍ਰੈਂਡ ਹੁਣ ਘਟ ਰਿਹਾ। ਪਹਿਲਾਂ ਬਹੁਤ ਸੀ, ਜਿਵੇਂ ਅੱਜ ਤੋਂ ਜੇ ਆਪਾਂ 10-12 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਜ਼ਿਆਦਾ ਲੋਕ ਉਦੋਂ ਜਿਹੜੇ ਘੱਟ ਪੜ੍ਹੇ ਲਿਖੇ ਲੋਕ ਸੀ ਉਦੋਂ ਦੁਬਈ ਜਾਂਦੇ ਸੀ ਜਾਂ ਕਤਰ ਜਾਂ ਸਾਊਦੀ ਚਲੇ ਜਾਂਦੇ ਸੀ। ਤੇ ਬਟ ਹੁਣ ਜਿਹੜਾ ਉਹ ਸਾਡਾ ਟ੍ਰੈਂਡ ਹੈ, ਉਹ ਸਾਡਾ ਉੱਥੋਂ ਸ਼ਿਫਟ ਹੋ ਕੇ ਹੁਣ ਡਿਵੈਲਪਡ ਕੰਟਰੀਜ਼ ਵੱਲ ਹੋ ਚੁੱਕਿਆ। ਪੰਜਾਬ ਦਾ ਜਾਂ ਨਾਰਥ ਇੰਡੀਆ ਦੀ ਗੱਲ ਕਰ ਲਈਏ ਨਾ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਉੱਥੇ ਜਾਂਦੇ ਨੇ ਅੱਜ ਕੱਲ੍ਹ, ਇੰਗਲੈਂਡ। ਤੇ ਬਟ ਜਿਹੜਾ ਸਾਡਾ ਸਾਊਥ ਇੰਡੀਆ ਹੈਗਾ, ਕੇਰਲ ਹੋ ਗਿਆ ਜਿੱਦਾਂ, ਜਾਂ ਤਮਿਲਨਾਡੂ ਹੋ ਗਿਆ, ਜਾਂ ਕਰਨਾਟਕ ਦਾ ਪਾਰਟ ਹੋ ਗਿਆ, ਉੱਥੋਂ ਦੇ ਜਿਹੜੇ ਮੋਸਟ ਆਫ ਦਾ ਲੋਕ ਦੇ ਜਿਹੜੇ ਬਾਹਰ ਜਾਂਦੇ ਨੇ, ਉਹ ਜਾ ਰਹੇ ਨੇ ਗਲਫ ਕੰਟਰੀਜ਼ ਦੇ ਵਿੱਚ। ਤੇ ਉਹ ਮੇਨਲੀ ਮੈਡੀਕਲ ਲਾਈਨ ਦੇ ਵਿੱਚ, ਜਿਵੇਂ ਆਪਣੀਆਂ ਕਹਿ ਲਓ ਵੀ ਹਸਪੀਟਲ ਦੇ ਵਿੱਚ ਨਰਸਿਸ ਹੋ ਗਈਆਂ, ਹੈ ਨਾ, ਮੇਨਲੀ ਉਹ ਕੰਮ ਕਰ ਰਹੇ ਨੇ। ਉਹ ਕਿੱਥੇ? ਗਲਫ ਕੰਟਰੀਜ਼ ਦੇ ਵਿੱਚ। ਤਾਂ ਜਿਹੜਾ ਸਾਊਥ ਇੰਡੀਆ ਦਾ ਜ਼ਿਆਦਾ ਆਊਟ ਮਾਈਗ੍ਰੇਸ਼ਨ ਆ ਇੰਡੀਆ ਤੋਂ, ਮੋਸਟਲੀ ਗਲਫ ਕੰਟਰੀਜ਼ ਦੇ ਵਿੱਚ ਆ। ਤਾਂ ਕਰਕੇ ਜਿਹੜਾ ਗਲਫ ਰੀਜਨ ਆ, ਉਹਦੀਆਂ ਜਿਹੜੀਆਂ ਕੰਟਰੀਜ਼ ਨੇ ਸਾਰੀਆਂ, ਉੱਥੋਂ ਇੰਡੀਆ ਨੂੰ ਬਹੁਤ ਵੱਡੀ ਅਮਾਊਂਟ ਦੇ ਵਿੱਚ ਰੈਮਿਟੈਂਸਿਸ ਰਿਸੀਵ ਹੁੰਦੇ ਨੇ ਐਨੂਅਲੀ। ਠੀਕ ਹੈ ਜੀ, ਇਹ ਹੋ ਗਈ ਇੰਡੀਆ ਦੀ ਗੱਲ ਹੋ ਗਈ। ਫਿਰ ਆਪਾਂ ਗੱਲ ਕਰ ਲਈ ਇੰਡੀਆ ਦੇ ਬਾਅਦ ਜਿਹੜੇ ਅਗਲੇ 3 ਟੌਪ ਰੈਸੀਪੀਐਂਟਸ ਨੇ, ਉਹ ਕਿਹੜੇ-ਕਿਹੜੇ ਨੇ ਜੀ? 2022 ਵਾਲੀ ਰਿਪੋਰਟ ਦੇ ਅਕੋਰਡਿੰਗ ਮੈਕਸੀਕੋ, ਚਾਈਨਾ ਐਂਡ ਫਿਲੀਪੀਨਸ। ਠੀਕ ਹੈ। ਦੈਨ ਓਵਰਆਲ ਦਾ ਗਲਫ ਰੀਜਨ ਇਜ਼ ਦਾ ਟੌਪ ਸੋਰਸ ਆਫ ਰੈਮਿਟੈਂਸਿਸ ਆਫ ਇੰਡੀਆ। ਜਦੋਂ ਆਪਾਂ ਇੱਕ ਪਰਟੀਕੂਲਰ ਰੀਜਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਚੋਂ ਗਲਫ ਰੀਜਨ ਆ ਜਿਹੜਾ, ਉਹਦੇ ਚੋਂ ਸਭ ਤੋਂ ਜ਼ਿਆਦਾ ਰੈਮਿਟੈਂਸਿਸ ਇੰਡੀਆ ਨੂੰ ਆਉਂਦੇ ਨੇ। ਠੀਕ ਹੈ। ਬਟ ਜੇ ਆਪਾਂ ਗੱਲ ਕਰੀਏ ਇੱਕ ਕੰਟਰੀ ਦੀ ਤਾਂ ਉਹ ਹੈ ਜੀ ਅਮਰੀਕਾ, US, ਉਹ ਆਉਂਦੇ ਨੇ US। ਜੇ ਆਪਾਂ ਕੰਟਰੀ ਦੀ ਗੱਲ ਕਰ ਲਈਏ, ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ ਕਿ ਵਿਚ ਆਫ ਦਾ ਫੋਲੋਇੰਗ ਇਜ਼ ਦਾ ਲਾਰਜੈਸਟ ਸੋਰਸ ਆਫ ਇੰਡੀਅਨ ਰੈਮਿਟੈਂਸਿਸ। ਉਹਦੇ 'ਚ ਤੁਹਾਨੂੰ US ਵੀ ਪੁੱਛਿਆ ਜਾ ਸਕਦਾ, ਉਹ 'ਚ ਸਟੇਟਮੈਂਟ, ਉਹਦੇ ਆਪਸ਼ਨ ਹੋਊ ਯੂਨਾਈਟਿਡ ਸਟੇਟਸ ਆਫ ਅਮਰੀਕਾ। ਦੈਨ ਦ ਗਲਫ ਰੀਜਨ, ਦ ਕੰਟਰੀਜ਼ ਆਫ ਗਲਫ ਕੋਆਪਰੇਸ਼ਨ ਔਰ ਦ ਕੰਟਰੀਜ਼ ਆਫ ਗਲਫ ਰੀਜਨ। ਤਾਂ ਉੱਥੇ ਅਸੀਂ ਕੰਟਰੀਜ਼ ਆਫ ਗਲਫ ਰੀਜਨ ਲਾਵਾਂਗੇ, ਕਿਉਂਕਿ ਉਹ ਜਿਹੜੀਆਂ ਉਹਦੇ 'ਚ 6 ਕੰਟਰੀਜ਼ ਆਉਂਦੀਆਂ ਨੇ, ਉਹਨਾਂ ਤੋਂ ਸਾਨੂੰ ਜੋ ਰੈਮਿਟੈਂਸ ਆਉਂਦਾ ਉਹ ਬਹੁਤ ਜ਼ਿਆਦਾ ਆਉਂਦਾ ਐਜ਼ ਕੰਪੇਅਰ ਟੂ US। ਬਟ ਜੇ ਆਪਾਂ ਕੰਟਰੀ ਸਪੈਸੀਫਿਕ ਗੱਲ ਕਰੀਏ ਤਾਂ US ਦਾ ਸਭ ਤੋਂ ਜ਼ਿਆਦਾ। ਠੀਕ ਹੈ ਜੀ, ਧਿਆਨ 'ਚ ਰੱਖਿਓ ਇਹ। ਤੇ ਆਹ ਸਾਡੇ ਕੋਲੇ ਜੋ ਡੇਟਾ ਗਾ ਰਿਪੋਰਟ ਦੇ ਅਕੋਰਡਿੰਗ, ਸਭ ਤੋਂ ਜ਼ਿਆਦਾ ਆਉਂਦਾ ਜੀ 23% ਆਉਂਦਾ US ਦੇ ਵਿੱਚੋਂ। ਜੇ ਹਰ ਸਾਲ 100 ਰੁਪਏ ਆਉਂਦਾ, 23 ਰੁਪਏ US 'ਚ ਆਉਂਦੇ ਨੇ। ਤੇ ਯੂਨਾਈਟਿਡ UAE 'ਚ ਆਉਂਦੇ ਨੇ 18 ਰੁਪਏ। ਠੀਕ ਹੈ। ਤੇ ਫਿਰ ਆਪਣੇ ਕੋਲੇ ਸਾਊਦੀ ਅਰੇਬੀਆ ਆ ਗਿਆ, ਤੋਂ 5 ਆਉਂਦੇ ਨੇ। ਕੁਵੈਤ ਆ ਗਿਆ, 2.4 ਆਉਂਦੇ ਨੇ। ਕਤਰ ਤੋਂ 1.5 ਆ ਗਿਆ। ਸੋ ਐਵੇਂ ਕਰਕੇ ਜਿਵੇਂ ਕਹਿ ਲਈਏ ਵੀ ਜੇ ਆਪਾਂ ਰੀਜਨ ਦੀ ਗੱਲ ਕਰੀਏ ਤਾਂ ਗਲਫ ਰੀਜਨ ਜ਼ਿਆਦਾ ਹੋ ਜਾਂਦਾ। ਬਟ ਕੰਟਰੀ ਸਪੈਸੀਫਿਕ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਆਉਂਦਾ US ਦੇ ਵਿੱਚੋਂ। ਮੈਂ ਥੋੜੀ ਜ਼ੂਮ ਕਰ ਦਿੰਦਾ ਇਹ ਫਿਗਰ ਤੁਹਾਡੇ ਲਈ। ਆ ਦੇਖੋ, ਮੈਕਸਿਮਮ US 'ਚ ਆਉਂਦੇ ਨੇ ਜੀ 23%। ਦੈਨ ਸੈਕਿੰਡ ਨੰਬਰ ਤੇ ਜੋ ਕੰਟਰੀ ਆ ਉਹ ਹੈ UAE, ਦੈਨ UK। ਇਹ 3 ਕੰਟਰੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ। ਟੌਪ 3 ਕੰਟਰੀਜ਼ ਸਾਡੀਆਂ ਕਿਹੜੀਆਂ-ਕਿਹੜੀਆਂ ਨੇ? US, UAE ਐਂਡ UK। ਤਿੰਨੋਂ U ਤੋਂ ਨੇ। ਠੀਕ ਹੈ, US, UAE ਐਂਡ UK। ਠੀਕ ਹੈ, ਟੌਪ 3 ਕੰਟਰੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ। ਫਿਰ ਜੇ ਆਪਾਂ ਰੀਜਨ ਦੀ ਗੱਲ ਕਰਾਂ, ਮੈਂ ਤੁਹਾਨੂੰ ਦੱਸਿਆ ਵੀ ਉਹ ਹੈਗਾ GCC, ਗਲਫ ਕੋਆਪਰੇਸ਼ਨ ਕਾਉਂਸਲ, ਉੱਥੋਂ ਗਲਫ ਰੀਜਨ ਦੇ ਵਿੱਚੋਂ। ਤੇ ਫਿਰ ਆਪਾਂ ਟੌਪ 5 ਰੈਸੀਪੀਐਂਟਸ ਨੇ ਜਿਹੜੇ ਇਸ ਸਾਲ ਦੇ, ਉਹ ਕਿਹੜੇ ਨੇ ਜੀ? ਆਹ 2 ਜਿਹੜਾ ਗ੍ਰੀਨ ਹੈ ਨਾ,
ਇਹ 2022 ਦੇ ਐਸਟੀਮੇਟਸ ਨੇ। 2022 ਚ ਇੰਨਾ ਰਿਸੀਵ ਹੋਣਾ ਐਸਟੀਮੇਟ ਕੀਤਾ ਜਾ ਰਿਹਾ, ਐਸਟੀਮੇਟਡ ਹੈ। ਸਭ ਤੋਂ ਜ਼ਿਆਦਾ ਇੰਡੀਆ ਦੇਖੋ ਕਿੰਨਾ ਫਰਕ ਹੈ, ਇਹਨਾਂ ਕੋਲੇ ਅਰਾਊਂਡ 60,000 ਆ, ਸਾਡੇ ਕੋਲੇ 1 ਲੱਖ ਬਿਲੀਅਨ ਡਾਲਰਸ ਹੋ ਜਾਣੇ ਨੇ, ਹੈ ਨਾ। ਤਾਂ ਬਹੁਤ ਫਰਕ ਆ ਉਹਨਾਂ ਨਾਲੋਂ, ਬਹੁਤ ਜ਼ਿਆਦਾ ਡਿਫਰੈਂਸ ਆ ਜੋ ਸਾਡਾ ਸੈਕੰਡ ਰੈਂਕ ਆ ਤੇ ਫਸਟ ਰੈਂਕ ਦੇ ਵਿੱਚ। ਸੈਕੰਡ ਇਜ਼ ਮੈਕਸੀਕੋ, ਦੈਨ ਚਾਈਨਾ, ਦੈਨ ਫਿਲੀਪੀਨਸ, ਦੈਨ ਇਜਿਪਟ, ਠੀਕ ਹੈ। ਤੇ ਇਹ ਸਾਡਾ ਰਿਪੋਰਟ ਬਾਰੇ ਸੀ। ਰਿਪੋਰਟ ਦਾ ਨਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਇਹਦੀ ਇੰਪੋਰਟੈਂਟ ਜੋ ਫਾਈਂਡਿੰਗਸ ਨੇ ਉਹ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ। ਤੇ ਕੁਐਸਚਨ ਦੀ ਗੱਲ ਕਰੀਏ, ਇਹਦਾ ਕਈ ਬੱਚਿਆਂ ਨੇ ਆਨਸਰ ਕੀਤਾ ਜੀ। ਬੋਥ ਰੋਂਗ, ਹਰਪ੍ਰੀਤ ਨਾਰਾਇਣ, ਬੋਥ ਰੋਂਗ, ਹੈਡਕੁਆਟਰ ਵਾਸ਼ਿੰਗਟਨ DC। ਹਾਂਜੀ ਹਾਂਜੀ ਠੀਕ ਹੈ ਜੀ, ਦੋਨੋਂ ਸਟੇਟਮੈਂਟਸ ਰੋਂਗ ਨੇ ਜੀ। ਇਹ ਫਸਟ ਸਟੇਟਮੈਂਟ ਕਿਉਂ ਰੋਂਗ ਹੈ? ਕਿਉਂਕਿ ਇਹ ਸਟੇਟਮੈਂਟ ਹੈਗੀ ਆ ਜੀ IMF ਦੇ ਬਾਰੇ। ਜਦੋਂ ਵੀ ਕੋਈ ਕੰਟਰੀ ਫਾਈਨੈਂਸ਼ੀਅਲ ਕ੍ਰਾਈਸਿਸ ਫੇਸ ਕਰ ਰਹੀ ਆ ਤੇ ਉਹਦੀ ਇਕਨੋਮੀ ਨੂੰ ਸਪੋਰਟ ਕਰਨ ਦੇ ਲਈ ਕੋਈ ਬਾਹਰੋਂ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਆ, ਤਾਂ ਉਹਦੇ ਲਈ ਇੱਕ ਕਿਹੜਾ ਇੰਸਟੀਚਿਊਟ ਆ, ਕਿਹੜੀ ਬੋਡੀ ਆ, ਉਹ ਹੈ IMF। ਜਿਹੜੇ ਲੋਨਸ, ਜਿਹੜੇ ਪੈਸਾ ਪ੍ਰੋਵਾਈਡ ਕਰਦੀ ਆ, ਉਹ ਫਾਈਨੈਂਸ਼ੀਅਲ ਕ੍ਰਾਈਸਿਸ ਜੋ ਕੰਟਰੀਜ਼ ਫੇਸ ਕਰ ਰਹੀਆਂ ਨੇ ਉਹਨਾਂ ਨੂੰ ਪ੍ਰੋਵਾਈਡ ਕਰਦਾ, ਠੀਕ ਹੈ ਜੀ। ਸੋ ਇਹ ਸਟੇਟਮੈਂਟ IMF ਬਾਰੇ ਸੀ, ਵਰਲਡ ਬੈਂਕ ਬਾਰੇ ਨਹੀਂ। ਵਰਲਡ ਬੈਂਕ ਮੇਨਲੀ ਡਿਵੈਲਪਮੈਂਟਲ ਲੋਨਸ ਪ੍ਰੋਵਾਈਡ ਕਰਦੀ ਆ ਕੰਟਰੀਜ਼ ਨੂੰ, ਡਿਵੈਲਪਮੈਂਟ ਵਾਸਤੇ ਚਾਹੀਦੇ ਨੇ, ਠੀਕ ਹੈ। ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਡਿਸਟਰਕਸ਼ਨ ਹੋਈ ਆ, ਕੋਈ ਅਰਥਕੁਏਕ ਆਇਆ, ਕੋਈ ਸੁਨਾਮੀ ਆਈ ਆ, ਉਹਦੇ ਕਰਕੇ ਡੈਵਸਟੇਸ਼ਨ ਹੋ ਗਈ, ਉਸ ਚੀਜ਼ ਨੂੰ ਰਿਕਵਰ ਕਰਨ ਦੇ ਲਈ ਜੋ ਫੰਡਿੰਗ ਚਾਹੀਦੀ ਆ ਉਹ ਵਰਲਡ ਬੈਂਕ ਪ੍ਰੋਵਾਈਡ ਕਰਦਾ। Then its headquarters is New York. No, it's not. Its headquarters is not in New York. It's Washington DC. Both IMF and World Bank ਦੋਨਾਂ ਦਾ ਹੈਡਕੁਆਟਰ ਵਾਸ਼ਿੰਗਟਨ DC ਦੇ ਵਿੱਚ ਹੈ, ਠੀਕ ਹੈ ਜੀ। ਚਤੁਰ ਦਿਵੇਦੀ ਜੀ ਕੀ ਪੁੱਛ ਰਹੇ ਹੋ ਜੀ? ਸਟਾਕ ਬ੍ਰਿਕਸ ਤੋਂ ਕੀ ਆ ਸਕਦਾ ਸੀਗਾ, ਕੀ ਪੁੱਛ ਰਹੇ ਹੋ ਜੀ? ਮੈਨੂੰ ਸਮਝ ਨਹੀਂ ਲੱਗੀ ਤੁਸੀਂ ਕੀ ਪੁੱਛਣਾ ਚਾਹ ਰਹੇ ਹੋ। ਤੇ ਨੈਕਸਟ ਜੋ ਸਾਡਾ ਹੈ ਉਹ ਟੌਪਿਕ ਆਪਾਂ ਕੱਲ ਡਿਸਕਸ ਕਰਾਂਗੇ। ਇਹਦਾ ਕੁਐਸਚਨ ਆਪਾਂ ਕਰ ਲੈਂਦੇ ਆ। CNP ਇਹ ਇੰਪੋਰਟੈਂਟ ਟੌਪਿਕ ਹੈ ਵੀ ਵੈਸੇ, ਇਹਦੇ ਬਾਰੇ ਕੱਲ ਡਿਸਕਸ ਕਰਾਂਗੇ ਆਪਾਂ। ਤੇ ਹੁਣ ਸਾਡਾ ਜੋ ਇਹਦਾ ਕੁਐਸਚਨ ਹੈ ਉਹ ਤੁਸੀਂ ਆਨਸਰ ਕਰੋ ਜਰੂਰ। ਦ ਟਰਮ ਬਲੂ ਬਗਿੰਗ, ਵੈਰੀ ਇੰਪੋਰਟੈਂਟ, was recently in news. It is related to which of the following? ਇਹ ਤੁਸੀਂ ਦੱਸਣਾ ਕਿ ਬਲੂ ਬਗਿੰਗ ਟਰਮ ਕਿਹਦੇ ਨਾਲ ਰਿਲੇਟਡ ਹੈ ਨਾ ਜੋ। ਫਸਟ ਮੈਰੀਨ ਇਕੋਸਿਸਟਮ, ਸੈਕੰਡ ਸਪੇਸ ਬੋਰਡ, ਥਰਡ ਸਾਈਬਰ ਅਟੈਕਸ, ਫੋਰਥ ਪੈਸਟ ਦੈਟ ਰੀਸੈਂਟਲੀ ਅਟੈਕਡ ਰਾਈਸ ਕ੍ਰੌਪ ਇਨ ਇੰਡੀਆ। ਇਹ ਜੋ ਦੱਸੋ ਤੁਸੀਂ ਬਲੂ ਬਗਿੰਗ ਕਿਹਦੇ ਨਾਲ ਰਿਲੇਟਡ ਹੈ ਜੀ। ਹਾਂਜੀ ਹਾਂਜੀ ਮਨਦੀਪ ਜੀ, ਵੈਰੀ ਇੰਪੋਰਟੈਂਟ, ਵਧੀਆ ਫੈਕਟ ਦੱਸਿਆ ਮਨਦੀਪ ਜੀ ਨੇ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਅਮਾਊਂਟ ਬਹੁਤ ਜ਼ਿਆਦਾ ਗਈ ਜਿਹੜੀ ਰੈਮਿਟੈਂਸਸ ਦੇ ਵਿੱਚ ਇੰਡੀਆ ਰਿਸੀਵ ਕਰ ਰਿਹਾ ਐਜ਼ ਕੰਪੇਅਰ ਟੂ ਅਦਰ ਨੇਸ਼ਨਸ, ਬਟ ਇਹ ਸਾਡੀ GDP ਦਾ ਸਿਰਫ 3% ਪਾਰਟ ਹੀ ਹੈ, ਬਹੁਤ ਜ਼ਿਆਦਾ ਨਹੀਂ ਹੈ GDP ਦੇ ਕੰਪੈਰੇਟਿਵਲੀ, ਬਟ ਅਮਾਊਂਟ ਬਹੁਤ ਹੈ ਐਜ਼ ਕੰਪੇਅਰ ਟੂ ਅਦਰ ਨੇਸ਼ਨਸ, ਬਟ ਇਟ ਇਜ਼ ਜਸਟ 3% ਆਫ ਆਰ GDP। ਹਾਂਜੀ ਹਾਂਜੀ ਵੈਰੀ ਗੁੱਡ ਜੀ, ਆਨਸਰ ਕਰ ਰਹੇ, ਕਈ ਬੱਚੇ ਆਨਸਰ ਕਰ ਰਹੇ ਨੇ, ਕਰੋ ਜੀ ਕਰੋ, ਹੋਰ ਜਿਹੜੇ ਕਰਨਾ ਚਾਹੁੰਦੇ ਨੇ ਉਹ ਵੀ ਕਰੋ। ਬਲੂ ਬਗਿੰਗ ਮੈਰੀਨ ਇਕੋਸਿਸਟਮ ਨਾਲ ਰਿਲੇਟਡ ਹੈ, ਸਪੇਸ ਬੋਰਡ ਦੇ ਨਾਲ ਰਿਲੇਟਡ ਆ, ਸਾਈਬਰ ਅਟੈਕਸ ਦੇ ਨਾਲ ਰਿਲੇਟਡ ਆ, ਔਰ ਇਜ਼ ਇਟ ਅ ਪੈਸਟ ਦੈਟ ਹੈਜ਼ ਰੀਸੈਂਟਲੀ ਅਟੈਕਡ ਰਾਈਸ ਕ੍ਰੌਪਸ ਇਨ ਇੰਡੀਆ। ਕਾਫੀ ਬੱਚਿਆਂ ਨੇ ਆਨਸਰ ਕੀਤਾ ਤੇ ਉਹਨਾਂ ਨੇ ਸਾਰਿਆਂ ਨੇ ਠੀਕ ਕੀਤਾ ਜੀ। ਇਹ ਬਲੂ ਬਗਿੰਗ ਇੱਕ ਮਾਲਵੇਅਰ ਆ ਜੋ ਆਪਾਂ ਰੀਸੈਂਟਲੀ ਪੜ੍ਹਿਆ ਸੀ ਕਿ ਬਲੂਟੁੱਥ ਦੇ ਥਰੂ ਸਾਡੀਆਂ ਫੋਨ ਡਿਵਾਈਸਿਸ ਜਾਂ ਸਾਡੇ ਲੈਪਟਾਪਸ ਜਾਂ ਆਈਪੈਡਸ ਉਹਨਾਂ ਦੇ ਵਿੱਚ ਇਹ ਉਹਨਾਂ ਨੂੰ ਕਹਿ ਲਓ ਉਹਨਾਂ 'ਚ ਐਂਟਰ ਕਰ ਜਾਂਦਾ ਥਰੂ ਬਲੂਟੁੱਥ, ਠੀਕ ਹੈ ਜੀ। ਬਲੂ ਬਗਿੰਗ ਇਜ਼ ਅ ਮਾਲਵੇਅਰ ਜਿਹੜਾ ਸਾਈਬਰ ਅਟੈਕਸ ਦੇ ਲਈ ਯੂਜ਼ ਕੀਤਾ ਜਾ ਸਕਦਾ ਸਾਡੀਆਂ ਮੋਬਾਈਲ ਡਿਵਾਈਸਿਸ, ਸਾਡੇ ਲੈਪਟਾਪਸ, ਕੰਪਿਊਟਰਸ ਨੂੰ ਬ੍ਰੀਚ ਕਰਨ ਦੇ ਲਈ, ਠੀਕ ਹੈ ਜੀ। ਸੋ ਇਹ ਸਾਡਾ ਅੱਜ ਦੀ ਜੋ ਸਾਡੀ ਕਰੰਟ ਅਫੇਅਰਸ ਦੀ ਕਲਾਸ ਸੀ। ਤੇ ਮੈਂ ਫਿਰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਜਿਹੜੇ ਬੱਚਿਆਂ ਨੇ ਹਲੇ ਤੱਕ ਅੱਜ ਦੀ ਜੋ ਕੁਇਜ਼ ਪੋਸਟ ਕੀਤੀ ਸੀ ਕਰੰਟ ਅਫੇਅਰਸ ਤੇ ਉਹ ਨਹੀਂ ਅਟੈਂਪਟ ਕੀਤੇ ਕੁਐਸਚਨਸ, ਤੁਸੀਂ ਉਹ ਅਟੈਂਪਟ ਕਰ ਲਓ। ਮਲੂਕਾ IAS, ਪੰਜਾਬ PCS, ਇਹ ਸਾਡਾ ਟੈਲੀਗ੍ਰਾਮ ਚੈਨਲ ਹੈ ਜੀ। ਉੱਥੇ ਜਾ ਕੇ ਤੁਸੀਂ ਉਹ ਕੁਇਜ਼ ਨੂੰ ਅਟੈਂਪਟ ਕਰ ਸਕਦੇ ਹੋ, ਉਹਦੇ 'ਚ ਬਹੁਤ ਰੈਲੇਵੈਂਟ ਕੁਐਸਚਨ ਤੁਹਾਡੇ ਲਈ ਉੱਥੇ ਪਾਏ ਨੇ। ਹਾਂਜੀ ਚਤੁਰ ਜੀ, ILO ਬਾਰੇ ਵੀ ਜ਼ਰੂਰ ਦੱਸਾਂਗੇ ਤੁਹਾਨੂੰ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਗੱਲ ਕਰ ਰਹੇ ਹੋ ਤੁਸੀਂ। ਜਦੋਂ ਵੀ ਇਹਦੇ ਰਿਲੇਟਡ ਕੋਈ ਥੋੜੀ ਬਹੁਤ ਨਿਊਜ਼ ਆਪਾਂ ਨੂੰ ਲੱਗੀ ਤਾਂ ਉਹਦੇ ਬਾਰੇ ਆਪਾਂ ਡਿਟੇਲ 'ਚ ਡਿਸਕਸ ਕਰ ਲਾਂਗੇ ਜੀ, ਠੀਕ ਹੈ ਜੀ ਚਤੁਰ ਜੀ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਗੱਲ ਕਰ ਰਹੇ ਹੋ, ਜ਼ਰੂਰ ਇਹਦੇ ਬਾਰੇ ਗੱਲ ਕਰਾਂਗੇ। ਜੇ ਟੌਪਿਕ ਆਪਾਂ ਨੂੰ ਇਹਦਾ ਰਿਲੇਟਡ ਨਾ ਵੀ ਮਿਲਿਆ ਤਾਂ ਫਿਰ ਵੀ ਆਪਾਂ 1-2 ਦਿਨਾਂ ਦੇ ਵਿੱਚ ਜਦੋਂ ਵੀ ਆਪਾਂ ਨੂੰ ਕੋਈ ਟਾਈਮ ਮਿਲਿਆ
ਤਾਂ ਇਸ ਟੌਪਿਕ ਨੂੰ ਵੀ ਆਪਾਂ ਡਿਸਕਸ ਕਰ ਲਾਂਗੇ। ਟੌਪਿਕ ਸਾਡੇ ਲਈ ਇੰਪੋਰਟੈਂਟ ਆ, ਠੀਕ ਹੈ ਜੀ। ਚਲੋ ਤੇ ਹੁਣ ਬਸ ਆਪਾਂ 5-7 ਮਿੰਟ ਦੇ ਵਿੱਚ ਪੰਜਾਬ ਜੀਕੇ ਦੀ ਕਲਾਸ ਸਟਾਰਟ ਕਰਾਂਗੇ। ਉਸ ਕਲਾਸ ਦੇ ਵਿੱਚ ਪਹਿਲਾਂ ਤਾਂ ਮੈਂ ਜੋ ਹੁਣ ਬੱਚੇ ਆਨਲਾਈਨ ਬੈਠੇ ਨੇ ਉਹਨਾਂ ਨੂੰ ਮੈਂ ਇੱਕ ਕਹਿਣਾ ਚਾਹੁੰਦਾ ਵੀ ਤੁਸੀਂ ਜ਼ਰੂਰ ਉਹ ਕਲਾਸ ਦੇਖਿਓ। ਪਹਿਲਾਂ ਤਾਂ ਜੋ ਆਪਾਂ ਅੱਜ ਕੁਐਸਚਨਸ ਪੁੱਛੇ ਸੀ ਤੁਹਾਨੂੰ ਨਾ ਕੁਇਜ਼, ਚਾਹੇ ਉਹ ਪੰਜਾਬ ਦੇ ਸੀ ਜਾਂ ਕਰੰਟ ਅਫੇਅਰਸ ਦੇ ਵੀ ਸੀ, ਉਹਨਾਂ ਨੂੰ ਥੋੜਾ ਡਿਸਕਸ ਕਰਾਂਗੇ, ਕਿਉਂਕਿ ਮੈਂ ਜੋ ਐਕਸਪੈਕਟ ਕਰ ਰਿਹਾ ਸੀ ਕਿ ਕੁਐਸਚਨ ਈਜ਼ੀ ਸੀ, ਕੁਐਸਚਨ ਡਾਇਰੈਕਟ ਸੀ, ਬਟ ਫਿਰ ਵੀ ਕਾਫੀ ਬੱਚਿਆਂ ਨੇ, ਜਿੰਨੇ ਕੁ ਬੱਚਿਆਂ ਨੇ ਅਟੈਂਪਟ ਕੀਤਾ ਨਾ ਉਹਦੇ ਚੋਂ 25-30% ਬੱਚੇ ਉਹਨਾਂ ਨੂੰ ਠੀਕ ਕਰ ਪਾ ਰਹੇ ਨੇ। ਬਾਕੀ ਜਿਹੜੇ ਅਰਾਊਂਡ 60 to 70% ਸਟੂਡੈਂਟਸ ਨੇ ਉਹਨਾਂ ਨੇ ਉਹ ਕੁਐਸਚਨਸ ਗਲਤ ਕੀਤੇ ਨੇ। ਸੋ ਆਪਾਂ ਉਹਨਾਂ ਬਾਰੇ ਥੋੜਾ ਡਿਸਕਸ ਕਰਾਂਗੇ। ਕਈ ਵਾਰੀ ਨਾ ਆਪਾਂ ਕੀ ਕਰਦੇ ਹਾਂ, ਸਿਲੀ ਮਿਸਟੇਕਸ ਕਰ ਦਿੰਦੇ ਆ, ਸਾਨੂੰ ਕਈ ਵਾਰੀ ਪਤਾ ਹੁੰਦਾ ਜਾਂ ਕਾਹਲੀ ਦੇ ਵਿੱਚ ਕੋਈ ਇਦਾਂ ਦੀਆਂ ਗਲਤੀਆਂ ਕਰ ਦਿੰਦੇ ਆ। ਸੋ ਆਪਾਂ ਉਹਨਾਂ ਬਾਰੇ ਡਿਸਕਸ ਕਰਾਂਗੇ ਪਹਿਲਾਂ, ਤੇ ਫਿਰ ਉਦੋਂ ਬਾਅਦ ਆਪਾਂ ਗੱਲ ਕਰਾਂਗੇ ਜਿਵੇਂ ਲਾਸਟ ਕਲਾਸ ਦੇ ਵਿੱਚ ਕੁਝ ਬੱਚੇ ਕਹਿ ਰਹੇ ਸੀ ਕਿ ਜੋ ਸਾਡੀਆਂ ਮਿਸਲਸ ਸੀਗੀਆਂ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਰੀਆਂ ਨੂੰ ਯੂਨਾਈਟ ਕੀਤਾ, ਉਹ ਕਿਵੇਂ ਯੂਨਾਈਟ ਕੀਤਾ ਉਹਨਾਂ ਬਾਰੇ ਆਪਾਂ ਥੋੜਾ ਜਿਹਾ ਡਿਸਕਸ ਕਰਾਂਗੇ, ਠੀਕ ਹੈ ਜੀ। ਸੋ ਜਰੂਰ ਉਹ ਕਲਾਸ ਦੇਖਿਓ। ਸਰ ਪਲੀਜ਼ ਕਨਫਰਮ ਦਿਸ ਸੰਡੇ ਕਲਾਸ ਵਿਲ ਬੀ ਕੰਟੀਨਿਊ ਅਲੋਂਗ ਵਿਦ ਵੀਕਲੀ ਕਲਾਸਿਸ। ਹਾਂਜੀ ਮਨਦੀਪ ਜੀ, ਇਹ ਕਈ ਵਾਰੀ ਨਾ ਜਿੱਦਾਂ ਹੁਣ ਸੈਟਰਡੇ ਨੂੰ ਕਲਾਸ ਨਹੀਂ ਹੋਈ ਤੇ ਉਸ ਚੀਜ਼ ਨੂੰ ਕਰਨ ਦੇ ਲਈ ਆਪਾਂ ਜਿਵੇਂ ਰੱਖਿਆ ਵੀ ਕਈ ਵਾਰੀ ਨਾ ਕੁਝ ਹੁੰਦਾ, ਕੋਈ ਇੱਥੇ ਟੈਕਨੀਕਲ ਇਸ਼ੂਜ਼ ਆ ਜਾਂਦੇ ਨੇ ਹੈ ਨਾ, ਜਾਂ ਕਹਿ ਲਓ ਕਿ ਜਿਵੇਂ ਮੈਨੂੰ ਕੁਝ ਫੈਮਿਲੀ ਸੀਗਾ ਉੱਥੇ ਮੈਨੂੰ ਕੰਮ ਆ ਗਿਆ ਕੋਈ, ਉੱਥੇ ਜਾਣਾ ਪੈ ਗਿਆ, ਤਾਂ ਕਰਕੇ ਕੱਲ ਕਲਾਸ ਨਹੀਂ ਹੋਈ, ਤਾਂ ਹੀ ਆਪਾਂ ਅੱਜ ਕਲਾਸ ਕੰਡਕਟ ਕੀਤੀ ਆ। ਤੇ ਜਿਵੇਂ ਵੀ ਇਹ ਕਲਾਸ ਹੋਣੀ ਹੋਇਆ ਕਰੂ ਤੁਹਾਨੂੰ ਇੱਕ ਦਿਨ ਪਹਿਲਾਂ ਇਨਫੋਰਮ ਕਰ ਦਿੱਤਾ ਜਾਇਆ ਕਰੂ, ਠੀਕ ਹੈ ਜੀ। ਜੇ ਆਪਾਂ ਸੰਡੇ ਨੂੰ ਕਲਾਸ ਕਰਨੀ ਹੈ ਤਾਂ ਤੁਹਾਨੂੰ ਸੈਟਰਡੇ ਨੂੰ ਦੱਸ ਦਾਂਗੇ, ਜੇ ਨਹੀਂ ਵੀ ਕਰਨੀ ਫਿਰ ਵੀ ਤੁਹਾਨੂੰ ਇੱਕ ਦਿਨ ਪਹਿਲਾਂ ਇਨਫੋਰਮ ਕਰ ਦਿਆਂਗੇ। ਤੇ ਹੁਣ ਆਪਾਂ ਬਸ 9 ਨਹੀਂ ਬਸ 5-7 ਮਿੰਟ ਦੇ ਵਿੱਚ ਪੰਜਾਬ ਜੀਕੇ ਵਾਲੀ ਕਲਾਸ ਸਟਾਰਟ ਕਰਾਂਗੇ। ਸੋ ਜਰੂਰ ਉੱਥੇ ਵੀ ਆਇਓ ਸਾਰੇ ਜਣੇ। ਥੈਂਕ ਯੂ ਜੀ।